ਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਸ੍ਰੀ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ੍ਰੀ ਹਰਿਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋ ਧਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਧਰੋ ਧਰਾ ਪਰ ਪੁਨ ਪੁਨ ਸੀਸਾ, ਜੇ ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼ਾ। ਜਿਸਮੈ ਹੈ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸ਼ਨ ਸੋਏ। ਗਇਓ ਆਪਣੇ ਗ੍ਰਹਿ ਹਰਿ ਖਾਇਓ, ਅੰਤ ਸਮੈ ਸ਼ੁਭ ਪਦ ਕੋ ਪਾਇਓ। ਗੁਰੂ ਤਬੇਲੇ ਸ਼ੁਭ ਤਿਤ ਰੰਗ, ਖਾਏ ਖੁਰਾਕ ਪੁਸ਼ਟ ਬਲ ਅੰਗ। ਕਬ ਕਬ ਗੁਰ ਅਰੂਢ ਕਰ ਜਾਵੈ, ਕਰਹਿ ਅਖੇਰ ਹਰਖ ਉਪਜਾਵੈ। ਸੱਚੇ ਪਾਤਸ਼ਾਹ ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਜਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਵਰੂਪ
ਦਾਸਾਂ ਗਰੀਬਾਂ ਆਪਣੇ ਪਿਆਰਿਆਂ ਸਿੱਖਾਂ ਸੇਵਕਾਂ ਸਭਨਾਂ ਦੀ ਇੱਜ਼ਤ ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਰਹਿਮਤਾਂ ਕਰਨ ਵਾਲੇ, ਬਖਸ਼ਿਸ਼ਾਂ ਕਰਨ ਵਾਲੇ, ਹਾਜ਼ਰਾ ਹਜੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੁਖ ਨਿਧਾਨ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਗੱਜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਲੜੀਵਾਰ ਕਥਾ। ਧੰਨ ਧੰਨ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਦਲ ਭੰਜਨ ਗੁਰ ਸੂਰਮਾ ਬੜ ਜੋਧਾ ਬਹੁ ਪਰ ਉਪਕਾਰੀ ਦੁਸ਼ਟਾਂ ਦੇ ਦਲਾਂ ਨੂੰ ਭੰਜਣ ਵਾਲੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸਰਵਣ ਕਰ ਰਹੇ ਹੋ। ਆਓ ਸਾਰੀਆਂ ਸੰਗਤਾਂ ਪਿਆਰ ਨਾਲ ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀਨ ਦੁਨੀਆ ਦਾ ਭਲਾ ਕਰ ਰਹੇ ਹਨ ਲਾਹੌਰ ਦੀ ਧਰਤੀ ਤੇ। ਕੱਲ ਆਪ ਜੀ ਨੇ ਕਥਾ ਸਰਵਣ ਕੀਤੀ। ਗੁਰੂ ਜੀ ਦਾ ਪਿਆਰਾ ਸਿੱਖ ਗੁਰੂ ਜੀ ਵਾਸਤੇ ਜਿਹੜਾ ਘੋੜਾ ਲੈ ਕੇ ਆਇਆ ਸੀ, ਕਿਵੇਂ ਮਹਾਰਾਜ ਨੇ ਉਹ ਕਾਜੀ ਦੇ ਕੋਲੋਂ ਲਿਆ ਜੀ। ਕਾਜੀ ਨੂੰ ਸਮਝਾਇਆ ਤੇ 10,000 ਰੁਪਈਆ ਮਹਾਰਾਜ ਨੇ ਕਿਹਾ ਵੀ ਤੂੰ ਸਾਡੇ ਕੋਲੋਂ ਲਿਖਵਾ ਲਾ ਤੇ ਲੈ ਲਵੀਂ। ਇਹ ਸਾਰੀ ਕਥਾ ਤੁਸੀਂ ਕੱਲ ਸਰਵਣ ਕੀਤੀ ਸੀਗੀ ਸਾਧ ਸੰਗਤ ਜੀ। ਉਹਦੇ ਤੋਂ ਬਾਅਦ ਜਦੋਂ ਮਹਾਰਾਜ ਜੀ ਨੇ ਉਹ ਘੋੜਾ ਲੈ ਲਿਆ, ਮਹਾਰਾਜ ਤਬੇਲੇ ਵਿੱਚ ਆਏ, ਸੱਚੇ ਪਾਤਸ਼ਾਹ ਘੋੜੇ ਤੇ ਹੱਥ ਫੇਰਿਆ। ਹੱਥ ਫੇਰਨ ਦੀ ਦੇਰ ਘੋੜੇ ਨੇ ਲੱਤ ਥੱਲੇ ਲਾ ਦਿੱਤੀ ਜੀ। ਗੁਰੂ ਜੀ ਦੀ ਮਿਹਰ ਹੋ ਗਈ, ਬਖਸ਼ਿਸ਼ ਹੋ ਗਈ। ਪਿਆਰਿਓ, ਗੁਰੂ ਜੀ ਦੇ ਹੱਥਾਂ ਵਿੱਚ ਬਹੁਤ ਕੁਝ ਨਹੀਂ ਹੁੰਦਾ, ਗੁਰੂ ਜੀ ਦੇ ਹੱਥਾਂ ਵਿੱਚ ਸਭ ਕੁਝ ਹੁੰਦਾ ਹੈ ਜੀ। ਬਸ ਭਰੋਸਾ ਬੱਝ ਜੇ, ਪਿਆਰ ਬੱਝ ਜੇ, ਸਤਿਗੁਰੂ ਜੀ ਦੇ ਹੱਥਾਂ ਵਿੱਚ ਹੀ ਸਭ ਕੁਝ ਹੈ। ਗੱਜ ਕੇ ਆਖੋ ਸ੍ਰੀ ਵਾਹਿਗੁਰੂ ਵਾਹਿਗੁਰੂ। ਮਹਾਰਾਜ ਜਿਹਨੂੰ ਚਾਹੁਣ ਬਖਸ਼ਿਸ਼ ਕਰ ਸਕਦੇ ਆ। ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਦੁੱਖ ਰੋਗ ਵੀ ਕੱਢ ਦਿੰਦੇ ਸੱਚੇ ਪਾਤਸ਼ਾਹ। ਦਾਤੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ। ਸਭ ਕੁਝ ਸਭ ਦਾਤਾਂ ਪਦਾਰਥ ਜਿਹੜੀਆਂ ਉਹ ਗੁਰੂ ਜੀ ਦੇ ਹੱਥ ਵਿੱਚ ਹਨ ਜੀ। ਸੋ ਆਪ ਜੀ ਨੇ ਸਰਵਣ ਕੀਤਾ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਕਿਰਪਾ ਨਾਲ ਘੋੜਾ ਰਾਜੀ ਹੋ ਗਿਆ ਤੇ 2 ਕੁ ਦਿਨ ਉਹਨੂੰ ਮਹਾਰਾਜ ਨੇ ਆਰਾਮ ਕਰਵਾਇਆ, ਉਹਦਾ ਹੋਰ ਇਲਾਜ ਕਰਾਇਆ। ਤੀਜੇ ਦਿਨ ਘੋੜਾ ਪੂਰਾ ਹੀ 9/9 ਰਾਜੀ ਹੋ ਗਿਆ ਜੀ। ਸੋਨੇ ਦੀ ਕਾਠੀ ਸਤਿਗੁਰੂ ਜੀ ਨੇ ਪਵਾਈ ਤੇ ਸੱਚੇ ਪਾਤਸ਼ਾਹ ਸੋਨੇ ਦੀ ਕਾਠੀ ਪਵਾ ਕੇ ਉਹਦੇ ਉੱਤੇ ਸੱਜੇ। ਘੋੜਾ ਥੋੜ੍ਹਾ ਜਿਹਾ ਮਹਾਰਾਜ ਨੇ ਫੇਰਿਆ। ਉਹ ਸਿੱਖ ਜਿਹਨੇ ਘੋੜਾ ਲਿਆਂਦਾ ਸੀ ਉਹ ਬੜਾ ਹੀ ਖੁਸ਼ ਹੋਇਆ ਜੀ। ਉਹਦੀ ਖੁਸ਼ੀ ਦਾ ਅੰਤ ਨਹੀਂ ਰਿਹਾ ਵੀ ਮੇਰੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਇਸ ਘੋੜੇ ਦੇ ਉੱਤੇ ਸੱਜ ਗਏ ਹਨ। ਗੱਜ ਕੇ ਆਖੋ ਵਾਹਿਗੁਰੂ। ਉਹਦੀ ਖੁਸ਼ੀ ਦਾ ਹੀ ਅੰਤ ਨਹੀਂ ਰਿਹਾ, ਇੰਨਾ ਜ਼ਿਆਦਾ ਉਹ ਖੁਸ਼ ਹੋਇਆ। ਸੱਚੇ ਪਾਤਸ਼ਾਹ ਮਹਾਰਾਜ ਨੇ ਉਹਦਾ ਪਿਆਰ ਵੇਖਿਆ। ਮਹਾਰਾਜ ਨੇ ਉਹਦਾ ਪਿਆਰ ਵੇਖ ਕੇ ਫਿਰ ਉਹਦੇ ਤੇ ਖੁਸ਼ੀ ਕੀਤੀ ਜੀ। ਜਦੋਂ ਗੁਰੂ ਜੀ ਕਿਸੇ ਤੇ ਖੁਸ਼ ਹੁੰਦੇ ਆ ਤੇ ਕੀ ਹੁੰਦਾ, ਭੱਟਾਂ ਨੂੰ ਪੁੱਛ ਕੇ ਵੇਖੋ। ਗੁਰ ਜਿਨ ਕੋ ਸੋ ਪ੍ਰਸੰਨ ਨਾਮ ਹਰ ਹਿਰਦੈ ਨਿਵਾਸੈ। ਜਿਨ੍ਹਾਂ ਤੇ ਗੁਰੂ ਜੀ ਖੁਸ਼ ਹੁੰਦੇ ਆ ਨਾ ਪਿਆਰਿਓ, ਉਹਨਾਂ ਦੇ ਹਿਰਦੇ ਵਿੱਚ ਨਾਮ ਵਸਦਾ ਹੈ। ਆਖੋ ਵਾਹਿਗੁਰੂ। ਹੁਣ ਨਾਮ ਵਸਣ ਦੀ ਕੀ ਨਿਸ਼ਾਨੀ ਹੈਗੀ ਆ ਜੀ। ਜਿੰਨਾ ਕੁ ਮੈਨੂੰ ਪਤਾ ਮੈਂ ਓਨਾ ਕੁ ਤੁਹਾਨੂੰ ਦੱਸ ਦਿੰਦਾ ਹੈ। ਉਂਝ ਤਾਂ ਵਾਹਿਗੁਰੂ ਵਾਹਿਗੁਰੂ ਆਪਾਂ ਸਾਰੇ ਹੀ ਕਰਦੇ ਤੇ ਕਰਨਾ ਚਾਹੀਦਾ ਹੈ ਜੀ। ਜਿੰਨਾ ਹੋ ਸਕੇ ਓਨਾ ਹੀ ਵਾਹਿਗੁਰੂ ਵਾਹਿਗੁਰੂ ਕਰਨਾ ਚਾਹੀਦਾ, ਮੂਲ ਮੰਤਰ ਕਰਨਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ ਹੈ। ਪਿਆਰ ਨਾਲ ਗੱਜ ਕੇ ਕਹੋ ਸਾਰੇ ਵਾਹਿਗੁਰੂ ਵਾਹਿਗੁਰੂ ਕਹਿਣਾ ਚਾਹੀਦਾ। ਹਾਂਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਮਹਾਰਾਜ ਕਹਿੰਦੇ ਰਾਮ ਰਾਮ ਬੋਲ, ਰਾਮ 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 ਬੋਲਿਆ ਕਰ, ਰੱਬ ਦਾ ਨਾਮ ਬੋਲਿਆ ਕਰ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲਤ ਸਭ ਪਾਪ ਲਹਿ ਜਾਈ। ਰੱਬ ਦਾ ਨਾਮ ਬੋਲਣਾ ਚਾਹੀਦਾ ਹੈ ਪਿਆਰਿਓ। ਫਿਰ ਕੁਝ ਸਿੱਖ ਐਸੇ ਹੁੰਦੇ ਆ ਪਰਮੇਸ਼ਰ ਦਾ ਨਾਮ ਜਪਦਿਆਂ ਜਪਦਿਆਂ ਉਹਨਾਂ ਦੇ ਹਿਰਦੇ 'ਚ ਵਸ ਜਾਂਦਾ ਜੀ। ਜਦੋਂ ਹਿਰਦੇ 'ਚ ਵਸ ਜਾਂਦਾ ਨਾ ਜੀ, ਫਿਰ ਭਾਵੇਂ ਬੰਦਾ ਨਾਮ ਹੀ ਬੋਲੇ, ਵਸ ਗਿਆ, ਟਿਕ ਗਿਆ ਜੀ ਅੰਦਰ ਜੀ। ਗੁਰੂ ਜੀ ਜਿਨ੍ਹਾਂ ਤੇ ਖੁਸ਼ ਹੁੰਦੇ ਉਹਨਾਂ ਦਾ ਕੀ ਬਣਦਾ ਹੈ ਜੀ। ਗੁਰੂ ਹਰਗੋਬਿੰਦ ਸਾਹਿਬ ਉਸ ਸਿੱਖ ਤੇ ਖੁਸ਼ ਹੋਏ ਤੇ ਤੁਸੀਂ ਸੁਣਿਆ ਕੱਲ, ਕਰਹੋ ਖੁਸ਼ੀ ਗਮਨੋ ਨਿਜ ਪੁਰਕੋ, ਉਪਜੈ ਸ਼ਾਂਤ ਮਹਾ ਸੁਖ ਉਰਕੋ।
ਸਿੱਖ ਕੀ ਸ਼ਰਧਾ ਪਿੱਖ ਅਰ ਪ੍ਰੇਮ ਸ਼੍ਰੀ ਹਰਗੋਬਿੰਦ ਬਖਸ਼ੀ ਸ਼ੇਮ। ਮਹਾਰਾਜ ਉਹਦੇ ਤੇ ਖੁਸ਼ ਹੋਏ ਤੇ ਮਹਾਰਾਜ ਨੇ ਉਹਨੂੰ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ ਜੀ। ਭਇਓ ਨਿਹਾਲ ਭੰਨਿਓ ਸ਼੍ਰੀ ਮੁਖ ਤੇ ਛੋਟਿਓ ਜਨਮ ਮਰਨ ਤੇ ਦੁੱਖ ਤੇ। ਆਖੋ ਵਾਹਿਗੁਰੂ ਵਾਹਿਗੁਰੂ। ਭੰਨਿਓ ਨਿਹਾਲ ਸ਼੍ਰੀ ਗੁਰਮੁਖ ਤੇ। ਗੁਰੂ ਜੀ ਨੇ ਕਿਹਾ ਤੂੰ ਨਿਹਾਲ ਹੋਇਓ ਛੁਟਿਓ ਜਨਮ ਮਰਨ ਕੇ ਦੁੱਖ ਤੇ। ਜਨਮ ਮਰਨ ਦੇ ਦੁੱਖ ਤੋਂ ਤੇਰਾ ਛੁਟਕਾਰਾ ਹੋ ਜਾਏਗਾ। ਆਖੋ ਸਾਰੇ ਸ੍ਰੀ ਵਾਹਿਗੁਰੂ ਵਾਹਿਗੁਰੂ। ਬਾਕੀ ਗੁਰੂ ਜੀ ਦੀ ਬਾਣੀ ਪੜ੍ਹਿਆ ਕਰੋ। ਗੁਰੂ ਜੀ ਦੀ ਬਾਣੀ 'ਚ ਸਾਰੀਆਂ ਗੱਲਾਂ ਹੈਗੀਆਂ ਜੀ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ। ਸਿੱਖ ਕੀ ਗੁਰ ਦੁਰਮਤ ਮਲ ਹੀ ਰਹਿ ਗੁਰ ਬਚਨੀ ਹਰ ਨਾਮ ਉਚਰੈ। ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਗੁਰ ਜਿਨ ਕੋ ਸੋ ਪ੍ਰਸੰਨ ਨਾਮ ਹਰ ਹਿਰਦੈ ਨਿਵਾਸੈ। ਗੁਰ ਜਿਨ ਕੋ ਸੋ ਪ੍ਰਸੰਨ ਦੁਰਤ ਦੁਰੰਤਰ ਨਾਸੈ। ਉਹਨਾਂ ਦੇ ਦੁੱਖ ਦਰਦ ਦੂਰ ਹੋ ਜਾਂਦੇ ਜੀ। ਮਹਾਰਾਜ ਕਹਿਣ ਲੱਗੇ ਤੈਨੂੰ ਜਨਮ ਮਰਨ ਤੋਂ ਛੁਟਕਾਰਾ ਦਿੱਤਾ। ਉਹ ਸਿੱਖ ਦੇ ਹਿਰਦੇ 'ਚ ਪ੍ਰਕਾਸ਼ ਹੋ ਗਿਆ, ਚਾਨਣ ਹੋ ਗਿਆ ਜੀ ਵਾਹਿਗੁਰੂ ਦੇ ਨਾਮ ਦਾ ਜੀ। ਪ੍ਰਗਟ ਹੋ ਗਿਆ ਜੀ। ਹੈ ਤੇ ਪਰਮੇਸ਼ਰ ਦਾ ਚਾਨਣ ਸਾਰਿਆਂ 'ਚ ਹੈ ਪਰ ਨਾਮ ਦਾ ਪ੍ਰਕਾਸ਼ ਹੋ ਗਿਆ ਜੀ ਉਹਦੇ ਹਿਰਦੇ 'ਚ ਜੀ। ਤੇ ਜਦੋਂ ਨਾਮ ਦਾ ਪ੍ਰਕਾਸ਼ ਹੋਇਆ ਉਹ ਮਹਾਰਾਜ ਦੇ ਚਰਨਾਂ ਨੂੰ ਲਪਟ ਗਿਆ ਜੀ। ਹੋਰ ਮਿਹਰ ਹੋ ਗਈ ਜੀ। ਉਹਦੇ ਮਨ 'ਚ ਆਨੰਦ ਹੀ ਆਨੰਦ ਹੋ ਗਿਆ। ਫਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ। ਰੱਬ ਉਹਦੇ ਹਿਰਦੇ 'ਚ ਆ ਕੇ ਵਸ ਗਿਆ। ਕੱਲ ਤੁਸੀਂ ਸੁਣਿਆ ਲਿਵ ਲਾਗੀ ਸਤਨਾਮ ਵਿਸਾਲਾ। ਆਖੋ ਵਾਹਿਗੁਰੂ। ਵਾਹਿਗੁਰੂ ਜੀ ਦੇ ਨਾਮ ਦੀ ਲਿਵ ਹੀ ਲੱਗ ਗਈ ਜੀ। ਜਿਹਦੀ ਲਿਵ ਲੱਗ ਜੇ ਨਾ ਜੀ ਉਹ ਫਿਰ ਜਪੀ ਜਾਂਦਾ ਜਪੀ ਜਾਂਦਾ ਜਪੀ ਜਾਂਦਾ। ਉਹਦੇ ਹਿਰਦੇ 'ਚ ਵੀ ਵਸਾ ਦਿੱਤਾ ਜੀ। ਉਹਦੀ ਲਿਵ ਵੀ ਲਾ ਦਿੱਤੀ। ਉਹਦਾ ਚਾਨਣ ਵੀ ਉਹਦੇ ਅੰਦਰ ਕਰ ਦਿੱਤਾ। ਉਹਦਾ ਜਨਮ ਮਰਨ ਵੀ ਕੱਟ ਦਿੱਤਾ ਤੇ ਉਹਨੂੰ ਮੁਕਤੀ ਵੀ ਦੇ ਦਿੱਤੀ ਜੀ। ਕਿਉਂ ਦਿੱਤਾ ਸਾਰਾ ਕੁਝ? ਉਹਦੇ ਅੰਦਰ ਦਾ ਪਿਆਰ ਵੇਖ ਕੇ। ਆਖੋ ਵਾਹਿਗੁਰੂ। ਇਸੇ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨਾ ਗੋਬਿੰਦ ਭਾਉ ਭਗਤ ਦਾ ਭੁੱਖਾ। ਗੁਰੂ ਸਾਹਿਬ ਪ੍ਰੇਮ ਦੇ ਭੁੱਖੇ। ਗੁਰੂ ਸਾਹਿਬ ਮਹਾਰਾਜ ਤੇ ਬੜੇ ਵੱਡੇ ਪਾਤਸ਼ਾਹ ਨੇ ਨਾ ਜੀ। ਉਹ ਤੇ ਖੁਸ਼ੀ ਕਰ ਦੇਣ ਤੇ ਬੰਦਾ ਨਿਹਾਲ ਹੋ ਜਾਂਦਾ। ਆਮ ਬੰਦਾ ਵੀ ਪ੍ਰੇਮ ਦਾ ਭੁੱਖਾ ਹੁੰਦਾ ਜੀ। ਆਮ ਜਿਹਾ ਬੰਦਾ ਵੀ। ਹਰ ਕੋਈ ਬੰਦਾ ਚਾਹੁੰਦਾ ਵੀ ਮੇਰੇ ਨਾਲ ਪ੍ਰੇਮ ਕਰਨ ਸਾਰੇ ਜੀ। ਪ੍ਰੇਮ ਨਾਲ ਸੁੱਖ ਮਿਲਦਾ ਜੀ। ਤੇ ਮਹਾਰਾਜ ਗਰੀਬ ਨਵਾਜ ਨਿਹਾਲ ਕਰ ਦਿੱਤਾ ਨਿਹਾਲ ਕਰ ਦਿੱਤਾ ਨਿਹਾਲ ਕਰ ਦਿੱਤਾ। ਤੇ ਕਿੱਡੀ ਵੱਡੀ ਖੁਸ਼ੀ ਕੀਤੀ ਜੀ। ਬਸ ਘੋੜਾ ਹੀ ਲੈ ਕੇ ਆਇਆ ਜੀ ਉਹ ਜੀ। ਪਰ ਉਹਦੀ ਰੀਝ ਪਿੱਛੇ ਬੜੀ ਸੀਗੀ। ਉਹਦੀ ਮਿਹਨਤ ਬਹੁਤ ਜ਼ਿਆਦਾ ਸੀਗੀ। ਸੋ ਮਹਾਰਾਜ ਇਹੋ ਜਿਹਾ ਪਿਆਰ ਸਾਨੂੰ ਵੀ ਬਖਸ਼ਣ ਜੀ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ। ਤਨ ਮਨ ਨਿਹਾਲ ਕਰ ਦਿੰਦੇ ਮਹਾਰਾਜ। ਆਓ ਹੁਣ ਅੱਗੋਂ ਕੀ ਬਣਿਆ ਜੀ ਉਹ ਹੁਣ ਆਪਾਂ ਕਥਾ ਸਰਵਣ ਕਰੀਏ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਕਹੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਐ ਨਹੀਂ ਗੱਜ ਕੇ ਆਖੋ ਕਿੰਨੇ ਜਣੇ ਆਪਾਂ ਬੈਠੇ ਜੀ ਹੈ ਤੇ ਗੁਰੂ ਜੀ ਦਾ ਨਾਮ ਬੜਾ ਹੌਲੀ ਜੀ ਲੈਨੇ ਆ। ਆਖੋ ਸਾਰੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਇਓ ਆਪਣੇ ਗ੍ਰਹਿ ਹਰ ਖਾਇਓ। ਬੜੀ ਖੁਸ਼ੀ ਖੁਸ਼ੀ ਉਹ ਸਿੱਖ ਆਪਣੇ ਘਰ ਗਿਆ ਜੀ। ਕਿੱਥੇ ਘਰ ਸੀ ਭਲਾ ਉਹਦਾ? ਕਾਬਲ ਵਿੱਚ ਜੀ। ਬਹੁਤ ਖੁਸ਼ੀ ਖੁਸ਼ੀ ਉਹ ਆਪਣੇ ਘਰ ਗਿਆ ਜੀ। ਜਦੋਂ ਬਖਸ਼ਿਸ਼ਾਂ ਹੀ ਵੱਡੀਆਂ ਹੋ ਗਈਆਂ ਜੀ ਉਹਦੇ ਤੇ। ਹਾਂਜੀ। ਅੰਤ ਸਮੇਂ ਸ਼ੁਭ ਪਦ ਕੋ ਪਾਇਓ। ਅੰਤਮ ਸਮੇਂ ਸ਼ੁਭ ਪਦਵੀ ਦੀ ਪ੍ਰਾਪਤੀ ਹੋਈ ਜੀ ਉਹਨੂੰ ਜੀ। ਫਿਰ ਸੱਚਖੰਡ ਗਿਆ ਜੀ ਉਹ ਗੁਰੂ ਜੀ ਦਾ ਸਿੱਖ। ਹਾਂਜੀ। ਗੁਰੂ ਤਬੇਲੇ ਸ਼ੁਭਦ ਤੁਰੰਗ। ਤੇ ਫਿਰ ਉਹ ਘੋੜਾ ਸਤਿਗੁਰੂ ਜੀ ਦੇ ਤਬੇਲੇ ਵਿੱਚ ਸ਼ੋਭਾ ਪਾਉਂਦਾ ਜੀ। ਤਬੇਲੇ 'ਚ ਰਹਿੰਦਾ ਜੀ। ਹਾਂਜੀ।
ਖਾਏ ਖੁਰਾਕ ਪੁਸ਼ਟ ਬਲ ਅੰਗ। ਖੁਰਾਕ ਖਾਂਦਾ ਤੇ ਦਿਨੋਂ ਦਿਨ ਉਹਦੇ ਅੰਗ ਜਿਹੜੇ ਉਹ ਵੱਡੇ ਹੋਈ ਜਾਂਦੇ ਜੀ, ਤਕੜਾ ਹੋਈ ਜਾਂਦਾ ਘੋੜਾ ਜੀ ਉਹ। ਹਾਂਜੀ। ਕਬ ਕਬ ਗੁਰ ਅਰੂਢ ਕਰ ਜਾਵੇ। ਤੇ ਕਦੀ ਕਦੀ ਫਿਰ ਛੇਵੇਂ ਪਾਤਸ਼ਾਹ ਉਸ ਘੋੜੇ ਤੇ ਚੜ ਕੇ ਬਾਹਰ ਵੀ ਜਾਂਦੇ ਹੈਗੇ ਆ ਜੀ। ਹਾਂਜੀ। ਕਰਹੇ ਅਖੇਰ ਹਰਖ ਉਪਜਾਵੇ। ਮਹਾਰਾਜ ਜੀ ਨੇ ਸ਼ਿਕਾਰ ਤੇ ਜਾਣਾ ਤਾਂ ਉਹਦੇ ਤੇ ਚੜ ਕੇ ਜਾਣਾ ਜੀ, ਬਹੁਤ ਖੁਸ਼ੀ ਹੋਣੀ ਜੀ। ਹਾਂਜੀ। ਬੁੱਢੇ ਆਦਿਕ ਸਿੱਖ ਅਸ਼ੇਸ਼। ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਸਾਹਿਬ ਜੀ ਤੇ ਹੋਰ ਗੁਰੂ ਜੀ ਦੇ ਜਿਹੜੇ ਮਹਾਨ ਮਹਾਨ ਸਿੱਖ ਹਨ। ਰਹੇ ਸਭਾ ਸਦ ਨਿਕਟ ਹਮੇਸ਼। ਹੈ ਸਭਾ ਸਦ ਨਿਕਟ ਹਮੇ, ਉਹ ਸਦਾ ਮਹਾਰਾਜ ਦੇ ਨੇੜੇ ਹੀ ਰਹਿੰਦੇ ਜੀ। ਸੱਚੇ ਪਾਤਸ਼ਾਹ ਜੀ ਤੇ ਲਾਗੇ ਲਾਗੇ ਹੀ ਰਹਿਣਾ ਜੀ। ਹਾਂਜੀ। ਬਹੁ ਪੂਰਬ ਤੇ ਸੰਗਤ ਆਵੇ। ਪੂਰਬ ਵਾਲੇ ਪਾਸਿਓਂ ਸੰਗਤ ਆਉਂਦੀ। ਪੂਰਬ ਸਾਡੇ ਦੇਸ਼ ਦਾ ਇਲਾਕਾ ਬੰਗਾਲ ਵਾਲਾ ਜੀ। ਹਾਂਜੀ। ਇੱਧਰੋਂ ਵੀ ਬੜੀਆਂ ਸੰਗਤਾਂ ਮਹਾਰਾਜ ਦੇ ਚਰਨਾਂ ਚ ਆਉਂਦੀਆਂ ਜੀ। ਵਸਤ ਅਮੋਲਕ ਗਨ ਅਰ ਪਾਵੇ। ਸੋਹਣੀਆਂ ਸੋਹਣੀਆਂ ਤੇ ਬੜੀਆਂ ਬੜੀਆਂ ਮਹਿੰਗੀਆਂ ਵਸਤੂਆਂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲੈ ਕੇ ਆਉਂਦੀਆਂ। ਪਿਆਰਿਓ, ਗੁਰੂ ਸਾਹਿਬ ਨੂੰ ਵਸਤੂਆਂ ਦੀ ਭੁੱਖ ਨਹੀਂ ਹੈਗੀ, ਮਹਾਰਾਜ ਨੂੰ ਤਾਂ ਪ੍ਰੇਮ ਦੀ ਭੁੱਖ ਹੈਗੀ ਹੈ ਜੀ। ਸਿੱਖ ਪ੍ਰੇਮ ਨਾਲ ਲੈ ਕੇ ਆਉਂਦੇ ਸਾਰਾ ਕੁਝ ਜੀ। ਹਾਂਜੀ। ਇਸ ਕੇ ਦੇਸ਼ ਨਗਰ ਸਮੁਦਾਈ। ਹਾਂਜੀ। ਕਹਿਣ ਲੱਗ ਗਿਣਿਆ ਹੈ ਮਤ ਥੱਕ ਜਾਈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਦੇਸ਼ ਦੇ ਕਿਹੜੇ ਕਿਹੜੇ ਇਲਾਕੇ ਚੋਂ ਸੰਗਤ ਆਉਂਦੀ ਹੈ, ਮੇਰੀ ਮੱਤ ਥੱਕ ਜਾਏਗੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜੀ। ਭੱਟ ਜੀ ਨੇ ਗੁਰੂ ਜੀ ਦੀ ਉਸਤਤ ਕਰਦਿਆਂ ਬਚਨ ਕੀਤਾ, ਉੱਤਰ ਦੱਖਣ ਹੈ ਪੁੱਬ ਔਰ ਪੱਛਮ, ਜੈ ਜੈਕਾਰ ਜਪੰਥ ਨਰਾ। ਆਖੋ ਵਾਹਿਗੁਰੂ। ਕੀ ਉੱਤਰ, ਕੀ ਦੱਖਣ, ਕੀ ਪੂਰਬ, ਕੀ ਪੱਛਮ, ਸਾਰੇ ਪਾਸੇ ਗੁਰੂ ਜੀ ਦੀਆਂ ਜੈ ਜੈਕਾਰਾਂ ਹੋ ਰਹੀਆਂ ਜੀ। ਹਾਂਜੀ। ਤਥਾ ਦਿਸ਼ਾ ਦੱਖਣ ਕੇ ਆਵੇ। ਇਸੇ ਤਰ੍ਹਾਂ ਦੱਖਣ ਦਿਸ਼ਾ ਦੇ ਬਹੁਤ ਲੋਕ ਆਉਂਦੇ ਆ ਜੀ। ਹਾਂਜੀ। ਸੰਗ ਮਸੰਦ ਸੰਗਤਾਂ ਲਿਆਵੇ। ਗੁਰੂ ਜੀ ਦੇ ਮਸੰਦ ਨਾਲ ਸੰਗਤਾਂ ਨੂੰ ਲੈ ਕੇ ਆਉਂਦੇ ਹਨ। ਪਸ਼ਚਮਪੁਰ ਆਦਿਕ ਕਸ਼ਮੀਰ। ਤੇ ਪਸ਼ਚਮ ਵਾਲਾ ਪਾਸਾ ਜੀ ਦੇਸ਼ ਦਾ, ਕਸ਼ਮੀਰ ਵਾਲਾ ਪਾਸਾ। ਹਾਂਜੀ। ਚਲੀ ਆਏ ਸੰਗਤ ਕੀ ਭੀੜ। ਤੇ ਸਦਾ ਹੀ ਸੰਗਤਾਂ ਦੀਆਂ ਭੀੜਾਂ ਹੀ ਚੱਲੀਆਂ ਆਉਂਦੀਆਂ ਲਾਹੌਰ ਵਿੱਚ ਜੀ। ਬਹੁਤ ਸੰਗਤ ਗੁਰੂ ਜੀ ਦੀ ਆ ਰਹੀ ਹੈ ਜੀ। ਹਾਂਜੀ। ਪਰਬਤ ਬਾਸੀ ਬਸਤ ਅਜਾਇਬ। ਫਿਰ ਬੜੇ ਬੜੇ ਪਰਬਤਾਂ ਵਾਲੇ ਪਹਾੜੀ ਇਲਾਕੇ ਦੇ ਲੋਕ ਬੜੀਆਂ ਬੜੀਆਂ ਸੋਹਣੀਆਂ ਵਸਤੂਆਂ ਮਹਾਰਾਜ ਵਾਸਤੇ ਲੈ ਕੇ ਆਉਂਦੇ ਆ। ਹਾਂਜੀ। ਦਰਸ਼ਨ ਕਰਹੇ ਅਰਪ ਕਰ ਸਾਹਿਬ। ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਆ ਤੇ ਨਾਲੇ ਉਹ ਵਸਤੂਆਂ ਗੁਰੂ ਜੀ ਦੇ ਚਰਨਾਂ 'ਚ ਭੇਟ ਕਰਦੇ ਆ। ਕਾਜੀ ਕੇਤਕ ਦਿਵਸ ਬਿਤਾਏ। ਹੁਣ ਮਹਾਰਾਜ ਲਾਹੌਰ ਰਹਿ ਰਹੇ ਆ ਤੇ ਗੁਰੂ ਜੀ ਘੋੜੇ ਤੇ ਚੜ ਕੇ ਜਾਂਦੇ ਵੀ, ਪਰ 10,000 ਨਹੀਂ ਦਿੱਤਾ ਅਜੇ ਤੱਕ। ਆਖੋ ਵਾਹਿਗੁਰੂ। ਉਹ ਮਹਾਰਾਜ ਨੇ ਤਾਂ ਪਹਿਲਾਂ ਹੀ ਲੱਖ ਰੁਪਈਆ ਮੁੱਲ ਤਾਰਿਆ ਜੀ। ਸਿੱਖ ਨੇ ਜਿਹੜੀ ਮਾਇਆ ਦਿੱਤੀ ਦਸਵੰਧ ਦੀ ਦਿੱਤੀ ਹੈ ਨਾ, ਤੇ ਦਸਵੰਧ ਦੀ ਮਾਇਆ ਸਾਧ ਸੰਗਤ ਜੀ ਕਿਹਦੀ ਹੁੰਦੀ ਹੈ? ਸਤਿਗੁਰੂ ਜੀ ਦੀ ਹੁੰਦੀ ਹੈ ਜੀ। ਉਹ ਕਾਜੀ ਕੇਤਕ ਦਿਵਸ ਬਿਤਾਏ, ਕੁਝ ਦਿਨ ਕਾਜੀ ਨੇ ਬਤੀਤ ਕਰ ਲਏ ਜੀ। ਹਾਂਜੀ। ਗੁਰ ਸਮੀਪ ਆਇਓ ਤਨ ਚਾਏ। ਤੇ ਮਾਇਆ ਲੈਣ ਦੇ ਚਾਅ ਵਿੱਚ ਇੱਛਾ ਲੈ ਕੇ ਸਤਿਗੁਰੂ ਜੀ ਦੇ ਹਜ਼ੂਰ ਆਇਆ। ਬੰਧਨ ਕਰ ਬੈਠਿਓ ਪੁਨ ਕਹਿਓ। ਬੰਧਨ ਬੋਲਾ, ਫਿਰ ਕਹੋ। ਬੰਧਨ ਕਰ ਬੈਠਿਓ ਪੁਨ ਕਹਿਓ। ਮੱਥਾ ਟੇਕਿਆ ਕਾਜੀ ਨੇ ਜੀ ਸਤਿਗੁਰੂ ਜੀ ਨੂੰ। ਹਾਂਜੀ। ਬੰਦਨਾ ਕੀਤੀ, ਫਿਰ ਲਾਗੇ ਬੈਠ ਗਿਆ ਤੇ ਮਹਾਰਾਜ ਨੂੰ ਕਹਿਣ ਲੱਗਾ, ਹਯ ਕੇਤਕ ਕੀਮਤ ਕੋ ਲਹਿਓ। ਤੇ ਬੰਦਨਾ ਕਰਕੇ ਬੈਠ ਗਿਆ। ਫਿਰ ਕਹਿਣ ਲੱਗਾ ਵੀ ਘੋੜਾ ਮਹਾਰਾਜ ਕਿੰਨੀ ਕੀਮਤ ਦਾ ਲਿਆ ਸੀ। ਹਾਂਜੀ। ਸੁਨਿਓ ਰੋਗ ਤਿਸ ਕੋ ਮਿਟ ਗਇਓ। ਮਹਾਰਾਜ ਮੈਂ ਸੁਣਿਆ ਵੀ ਘੋੜਾ ਬਿਲਕੁਲ ਹੀ 9/9 ਠੀਕ ਹੋ ਗਿਆ। ਮੁੱਦ ਅਰੂਡਬੇ ਕੋ ਤੁਮ ਲਇਓ। ਆਖੋ ਵਾਹਿਗੁਰੂ। ਵਾਹਿਗੁਰੂ। ਤੇ ਆਪ ਜੀ ਘੋੜੇ ਤੇ ਚੜ ਕੇ ਬਾਹਰ ਵੀ ਜਾਂਦੇ ਤੇ ਸਵਾਰੀ ਵੀ ਕਰਦੇ ਹੋ। ਹਾਂਜੀ। ਸਫਲ ਦੇਨ ਅਬ ਦੀਜਹਿ ਦਰਬਾਰ। ਤੇ ਸੱਚੇ ਪਾਤਸ਼ਾਹ ਮੇਰੀ ਹੁਣ ਬੇਨਤੀ ਹੈ ਵੀ ਮੈਨੂੰ ਵੀ ਪੈਸੇ ਦੇ ਦਿਓ।
ਹੁਣ ਤੇ ਮਹਾਰਾਜ ਮਾਇਆ ਦੇਣੀ ਬਣਦੀ ਹੈ ਨਾ। ਮਾਇਆ ਦਾ ਬੜਾ ਪੀਰ ਸੀਗਾ ਕਾਜੀ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਇਹ ਇਕੱਲਾ ਕਾਜੀ ਨਹੀਂ ਪੀਰ ਜੀ, ਬਹੁਤੇ ਆਪਾਂ ਸਾਰੇ ਪੀਰ ਹੈਗੇ ਜੀ। ਕਿਸੇ ਨੂੰ ਦਿੱਤੇ ਹੋਣ ਹੰਡਾਰੇ ਤੇ ਕਿਵੇਂ ਫਿਰ ਉਹਦੇ ਤੇ ਚੜ ਕੇ ਰਹੀਦਾ ਵੀ ਦੇ ਸਾਨੂੰ ਦੇ। ਉਹਦੇ ਤੇ ਚੜਾਈ ਦੂਜੇ ਕੁ ਦੇਣੇ ਕੀਤੀ ਹੁੰਦੀ ਹੈ ਜੀ। ਹਾਂਜੀ। ਕਹਿਓ ਆਪ ਦੇ ਇੱਕ ਥਿਰ ਸਰਬਾ। ਕਹਿਣ ਲੱਗਾ ਮਹਾਰਾਜ ਸੱਚੇ ਪਾਤਸ਼ਾਹ ਹੁਣ ਤੇ ਤੁਹਾਨੂੰ 10,000 ਇਕੱਠਾ ਹੀ ਦੇ ਦੇਣਾ ਚਾਹੀਦਾ ਹੈ। ਹਾਂਜੀ। ਸੁਨ ਕਰ ਸ਼੍ਰੀ ਮੁਖ ਤੇ ਫਰਮਾਇਓ। ਹੁਣ ਮਹਾਰਾਜ ਚੋਜ ਕਰਦੇ ਗੁਰੂ ਹਰਗੋਬਿੰਦ ਸਾਹਿਬ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਾਜੀ ਨੂੰ ਕਹਿਣ ਲੱਗੇ ਕਾਜੀ ਜੀ ਅਬ ਲੋ ਇਤੋ ਨਹੀਂ ਧਨ ਆਇਓ। ਮਹਾਰਾਜ ਕਹਿੰਦੇ ਇੰਨਾ ਧਨ ਤੇ ਆਇਆ ਹੀ ਨਹੀਂ ਅਜੇ ਇੰਨੀ ਮਾਇਆ ਚੜੀ ਨਹੀਂ। ਹਾਂਜੀ। ਜੋ ਆਇਓ 2-3 ਹਜ਼ਾਰ ਬਨੈ ਨਾ ਦੇਬਿਓ ਅਲਪ ਵਿਚਾਰ। ਤੇ ਮਹਾਰਾਜ ਦਾ ਮਾਲਕ ਨੇ ਖੰਡਾਂ ਵਰ ਭੰਡਾਂ ਦੇ ਜੀ, ਉੱਥੇ ਤੇ ਕਮੀਆਂ ਹੀ ਕੋਈ ਨਹੀਂ ਹੈਗੀਆਂ। ਪਰ ਮਹਾਰਾਜ ਨਾ ਕਹਿਣ ਲੱਗੇ ਵੀ 2-3 ਹਜ਼ਾਰ ਰੁਪਈਆ ਆਇਆ ਹੈ ਤੇ ਇੰਨਾ ਥੋੜਾ ਮਾਇਆ, ਇੰਨੀ ਥੋੜੀ ਰਕਮ ਤੇ ਤੈਨੂੰ ਦੇਣੀ ਬਣਦੀ ਨਹੀਂ। ਕਹਿਣ ਲੱਗੇ ਹਾਂਜੀ। ਡੇਰੇ ਵਿਖੇ ਖਰਚ ਸਮੁਦਾਏ। ਕਿਉਂ ਫਿਰ ਇੱਥੇ ਵੀ ਤੇ ਖਰਚਾ ਵਰਚਾ ਚਲਾਉਣਾ ਨਾ। ਮਹਾਰਾਜ ਕਹਿਣ ਲੱਗੇ ਆਖੋ ਵਾਹਿਗੁਰੂ ਵਾਹਿਗੁਰੂ। ਅਸਲ 'ਚ ਨੀਵਾਂ ਹੋ ਕੇ ਬਖਸ਼ਿਸ਼ਾਂ ਲੈਂਦਾ ਕਾਜੀ ਤੇ ਪਤਾ ਹੀ ਨਹੀਂ ਕਿੰਨਾ ਕੁਝ ਦੇ ਦੇਣਾ ਸੀ ਮਹਾਰਾਜ ਨੇ। ਉਹ ਹਿਸਾਬ ਕਿਤਾਬ ਕਰਨ ਲੱਗ ਪਿਆ ਨਾ। ਤੇ ਚੇਤਾ ਰੱਖੋ ਜਿਹੜਾ ਸਤਿਗੁਰੂ ਨੂੰ ਹਿਸਾਬ ਕਿਤਾਬ ਆ ਕੇ ਦੱਸਣ ਲੱਗਦਾ ਨਾ, ਮਹਾਰਾਜ ਨਾਲ ਹਿਸਾਬ ਕਿਤਾਬ ਕਰਦਾ, ਫਿਰ ਮਹਾਰਾਜ ਵੀ ਹਿਸਾਬ ਕਿਤਾਬ ਪੂਰਾ ਹੀ ਕਰਦੇ ਆ ਜੀ। ਲੇਖਾ ਨਹੀਂ ਕਰਨਾ ਕਦੀ ਵੀ। ਮਹਾਰਾਜ ਨੇ ਤਾਂ ਬਾਣੀ 'ਚ ਗੱਲ ਮੁਕਾਈ, ਲੇਖਾ ਕਤਹਿ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ। ਮਹਾਰਾਜ ਅਸੀਂ ਤੇ ਖਿਨ ਖਿਨ ਭੁੱਲਾਂ ਕਰਦੇ। ਇਹ ਹਿਸਾਬ ਕਿਤਾਬ ਕਰਦਾ ਤੇ ਮਹਾਰਾਜ ਵੀ ਹਿਸਾਬ ਕਿਤਾਬ ਕਰਨ ਲੱਗ ਪਏ। ਮਹਾਰਾਜ ਕਹਿਣ ਲੱਗੇ ਵੀ ਫਿਰ ਇੱਥੇ ਵੀ ਤੇ ਖਰਚਾ ਹੁੰਦਾ ਨਾ। ਹਾਂਜੀ। ਦੇਗ ਸੁਦਾਸਰ ਅਦਿਕ ਚਲਾਏ। ਅੰਮ੍ਰਿਤਸਰ ਵਿੱਚ ਵੀ ਬੜਾ ਵੱਡਾ ਲੰਗਰ ਚੱਲਦਾ। ਕਹਿਣ ਲੱਗੇ ਉਹ ਵੀ ਖਰਚਾ ਅਸੀਂ ਇੱਥੋਂ ਹੀ ਕੱਢਣਾ। ਹਾਂਜੀ। ਗਨ ਸੈਨਾ ਕੋ ਖਰਚ ਵਿਸਾਲਾ। ਉਤੋਂ ਮਹਾਰਾਜ ਕਹਿਣ ਲੱਗੇ ਵੀ ਫੌਜਾਂ ਦਾ ਵੀ ਖਰਚਾ। ਫੌਜ ਰੱਖਣੀ ਕਿਹੜੀ ਸੌਖੀ ਹੈ। ਹਾਂਜੀ। ਸਿਰੇ ਪਾਓ ਸਿੱਖਨ ਸਭ ਕਾਲਾ। ਫਿਰ ਸਿੱਖਾਂ ਨੂੰ ਸਰੋਪੇ ਵੀ ਦੇਣੇ ਹੁੰਦੇ ਆ। ਆਖੋ ਵਾਹਿਗੁਰੂ ਵਾਹਿਗੁਰੂ। ਕਿੱਡੇ ਖਰਚੇ ਮਹਾਰਾਜ ਗਣਾ ਰਹੇ ਗੁਰੂ ਹਰਗੋਬਿੰਦ ਸਾਹਿਬ ਵੱਲੋਂ। ਹਾਂਜੀ। ਇਨ ਖਰਚਨ ਤੇ ਉਬਰੇ ਜੋਏ ਸੰਚਨ ਕਰੈ ਦੇਹ ਤੁਝ ਸੋਏ। ਇਹ ਖਰਚੇ ਤੇ ਕਰਨੇ ਹੀ ਆ। ਅਸੀਂ ਕਹਿਣ ਲੱਗੇ ਇਹਨਾਂ ਵਿੱਚੋਂ ਜਿਹੜਾ ਬਚਾ ਹੋਏਗਾ ਉਹ ਤੁਹਾਨੂੰ ਇਕੱਠਾ ਕਰਕੇ ਦੇ ਦੇਣਾ। ਕਹਿਣ ਲੱਗੇ ਹਾਂਜੀ। ਕਾਜੀ ਕਹਿਓ ਫਿਕਰ ਉਰ ਰਾਖੋ ਜੇ ਮੁਝ ਕੋ ਦੇਨੇ ਅਬ ਲਾਖੋ। ਕਾਜੀ ਸੁਣ ਕੇ ਚਿੰਤਾ 'ਚ ਪੈ ਗਿਆ ਤੇ ਕਾਜੀ ਨੇ ਮਹਾਰਾਜ ਨੂੰ ਪਤਾ ਕੀ ਆਖਿਆ। ਕਹਿੰਦਾ ਮਹਾਰਾਜ ਮਾਇਆ ਮੇਰੀ ਦੇਣੀ ਹੈ, ਚਿੰਤਾ ਰੱਖਿਓ। ਕਹਿਣ ਲੱਗਾ ਹੁਣ ਕੌਣ ਦੱਸੇ ਉਹ ਦੀਨ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਚਰਨਾਂ 'ਚ ਡਿੱਗ ਤੇ ਜੋ ਮਰਜ਼ੀ ਮੰਗ ਲੈ। ਪਰ ਕਾਜੀ ਵੀ ਆਕੜ ਕੇ ਮੰਗਦਾ ਨਾ ਜੀ। ਕਾਜੀ ਵੀ ਆਕੜ ਕੇ ਮੰਗ ਰਿਹਾ ਜੀ। ਬਸ ਸ਼ਰਧਾ ਹੀ ਨਹੀਂ ਵੱਜਦੀ ਬੰਦੇ ਦੀ। ਇਹ ਵੱਜ ਜੇ ਤੇ ਸਾਰਾ ਕੁਝ ਹੋ ਜੇ ਜੀ। ਹਾਂਜੀ। ਬਿਨਾ ਦੇਏ ਰਿਣ ਉਤਰੈ ਨਾਹੀ। ਹਾਂਜੀ। ਸੰਕੋ ਸਕਲ ਖਰਚ ਕੇ ਮਾਹੀ। ਬਿਨਾਂ ਦੇ ਰਣ ਉਤਰੈ ਨਾ। ਕਹਿੰਦਾ ਮਹਾਰਾਜ ਜਿੰਨਾ ਚਿਰ ਦਓਗੇ ਨਹੀਂ ਤੇ ਕਰਜ਼ਾ ਕਿਵੇਂ ਉਤਰੇਗਾ। ਸੁਣੋ ਇਹਦੀ ਬੋਲੀ। ਗੁਰੂ ਸਾਹਿਬ ਮਹਾਰਾਜ ਨੂੰ ਹੀ ਕਰਜ਼ਾਈ ਬਣਾਇਆ ਜੀ ਇਹਨੇ ਜੀ। ਤੇ ਸੰਕੋ ਸਕਲ ਖਰਚ ਕੇ ਮਾਹੀ। ਆਖੋ ਵਾਹਿਗੁਰੂ ਵਾਹਿਗੁਰੂ। ਇਹ ਵੱਡਾ ਸਿਆਣਾ ਗੁਰੂ ਸਾਹਿਬ ਨੂੰ ਕਹਿਣ ਲੱਗਾ ਖਰਚਿਆਂ ਦਾ ਸੰਕੋਚ ਕਰੋ। ਕਹਿੰਦਾ ਮਹਾਰਾਜ ਖਰਚੇ ਬੜੇ ਤੁਹਾਡੇ, ਥੋੜਾ ਜਿਹਾ ਸੰਕੋਚ ਕਰ ਲਓ। ਹਾਂਜੀ। ਇਮ ਕਹਿ ਗਇਓ ਕੁਛ ਕੁ ਦਿਨ ਬੀਤੇ। ਇਹ ਕਹਿ ਕੇ ਚਲੇ ਗਿਆ। ਕੁਝ ਦਿਨ ਲੰਘ ਗਏ। ਹਾਂਜੀ। ਨਿਸ ਦਿਨ ਕਾਜੀ ਧਨ ਦਿਸ਼ ਚੀਤੇ। ਪਰ ਰੋਜ਼ ਕਾਜੀ ਰੱਬ ਨੂੰ ਤੇ ਭਾਵੇਂ ਯਾਦ ਨਾ ਕਰੇ ਮਾਇਆ ਨੂੰ ਯਾਦ ਕਰਦਾ ਹੈਗਾ ਜੀ। ਹਾਂਜੀ। ਇੱਕ ਦਿਨ ਬਹੁਰ ਦੀਵਾਨ ਮਝਾਰ। ਇੱਕ ਦਿਨ ਦੀਵਾਨ ਲੱਗਾ। ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੰਗਤਾਂ ਦੇ ਵਿੱਚ ਬੈਠੇ ਜੀ। ਬੈਠਿਓ ਆਨ ਅਦਕ ਹੰਕਾਰ। ਇਹ ਫਿਰ ਆ ਕੇ ਬੈਠਾ ਬੜੇ ਹੰਕਾਰ ਵਿੱਚ ਜੀ ਵੀ ਮੈਂ ਲੈਣ ਵਾਲਾ ਆ। ਆਖੋ ਵਾਹਿਗੁਰੂ ਵਾਹਿਗੁਰੂ। ਹੁਣ ਜਿਨ੍ਹਾਂ ਨੇ ਪੈਸੇ ਲੈਣੇ ਹੁੰਦੇ ਆ ਉਹਨਾਂ ਨੂੰ ਬੋਲਣ ਦੀ ਵੀ ਜਾਚ ਨਹੀਂ ਹੁੰਦੀ ਜੀ।
ਮਾਫ ਕਰਿਓ। ਤੇ ਉਲਟ ਹੁੰਦਾ ਕਈ ਵਾਰੀ ਦੇਣ ਵਾਲੇ ਵੀ ਜਿਹੜੇ ਆ ਉਹ ਵੀ ਨਹੀਂ ਫਿਰ ਚੰਗਾ ਬੋਲਦੇ ਜੀ। ਹਾਂਜੀ, ਕਹਿਓ ਪ੍ਰਸੰਗ ਦਰਬ ਕੋ ਲੈਬੇ। ਆ ਕੇ ਹੰਕਾਰ 'ਚ ਬਹਿ ਗਿਆ ਤੇ ਸਤਿਗੁਰੂ ਕੋਲੋਂ ਪੈਸੇ ਲੈਣ ਦੀ ਗੱਲ ਚਲਾਈ ਦੀ ਇਹਨੇ। ਹਾਂਜੀ, ਬੀਤੇ ਬਹੁਤ ਦਿਨ ਕੀਜਹਿ ਦਿਆਬੇ। ਕਹਿੰਦਾ ਮਹਾਰਾਜ ਬੜੇ ਦਿਨ ਲੰਘ ਗਏ ਹੁਣ ਦੇ ਦਿਓ। ਹਾਂਜੀ, ਕਰਿਓ ਅਰੋਗ ਤੁਰੰਗ ਖੁਦਾਏ। ਖੁਦਾ ਨੇ ਘੋੜਾ ਵੀ ਰਾਜੀ ਕਰਤਾ ਕਹਿੰਦਾ। ਹਾਂਜੀ, ਦਰਬ ਪ੍ਰਥਮ ਤੇ ਦੇਹੋ ਸਵਾਏ। ਹੁਣ ਤੇ ਪਹਿਲਾਂ ਨਾਲੋਂ ਵੀ ਜ਼ਿਆਦੀ ਮਾਇਆ ਦਿਓ। ਆਖੋ ਵਾਹਿਗੁਰੂ। ਹਾਂਜੀ, ਹਜ਼ਰਤ ਕੋ ਪਾਏ ਨਾ ਅਸਵਾਰੀ। ਬਾਦਸ਼ਾਹ ਤੇ ਕਹਿੰਦਾ ਮਹਾਰਾਜ ਦੀ ਸਵਾਰੀ ਨਹੀਂ ਕਰ ਸਕਿਆ। ਹਾਂਜੀ, ਪ੍ਰਾਪਤ ਤੁਮਹੇ ਭਾਗ ਕੇ ਭਾਰੀ। ਤੇ ਕਹਿਣ ਲੱਗਾ ਵੀ ਪ੍ਰਾਪਤ ਤੁਮਹੇ ਭਾਗ ਕੇ ਭਾਰੀ। ਹੇ ਵੱਡੇ ਭਾਗਾਂ ਵਾਲੇ ਗੁਰੂ ਹਰਗੋਬਿੰਦ ਸਾਹਿਬ, ਇਹ ਘੋੜਾ ਤੁਹਾਨੂੰ ਪ੍ਰਾਪਤ ਹੋਇਆ। ਹਾਂਜੀ, ਮੁਝ ਕੋ ਇਤੋ ਦਰਬ ਦਿਲ ਵਾਵੈ। ਰਾਵਰ ਕੋ ਆਨੰਦ ਦਿਖ ਰਾਵੈ। ਤੇ ਕਹਿਣ ਲੱਗਾ ਵੀ ਹੁਣ ਮੈਨੂੰ ਮਾਇਆ ਦਿਓ, ਮੈਂ ਵੀ ਬਾਦਸ਼ਾਹ ਨੂੰ ਦੱਸਣ ਵਾਲਾ ਬਣਾ। ਹਾਂਜੀ, ਸ਼੍ਰੀ ਗੁਰ ਕਹਿਓ ਖੁਦਾਏ ਪੁਚਾਏ। ਜਿਸ ਕੀ ਵਸਤ ਤਿਸੀ ਢਿਗ ਆਏ। ਆਖੋ ਸ੍ਰੀ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਕਾਜੀ ਜੀ, ਖੁਦਾ ਆਪੇ ਮਾਇਆ ਪਹੁੰਚਾ ਦੇਗਾ। ਕਹਿਣ ਲੱਗੇ ਜਿਹਦੀ ਵਸਤੂ ਹੁੰਦੀ ਹੈ ਉਹਦੇ ਕੋਲ ਪਹੁੰਚ ਹੀ ਜਾਂਦੀ ਹੈ। ਕਹਿਣ ਲੱਗੇ ਹਾਂਜੀ, ਪ੍ਰਭ ਆਗੇ ਕਇਆ ਮਨੁੱਖ ਵਿਚਾਰਾ। ਰੱਬ ਅੱਗੇ ਬੰਦਾ ਵਿਚਾਰਾ ਕੀ ਹੈਗਾ। ਹਾਂਜੀ, ਕਰਹਿ ਜੇ ਓਜ ਅਨੇਕ ਪ੍ਰਕਾਰਾ। ਜਿਹੜਾ ਬੰਦਾ ਆਪਣਾ ਯਤਨ ਕਰੇ, ਯਤਨ ਕਰਕੇ ਵਿਖਾਵੇ, ਬੰਦੇ ਦੀ ਕੋਈ ਗੱਲ ਨਹੀਂ ਹੈਗੀ। ਤੇ ਤੁਸੀਂ ਖੁਦਾ ਦਾ ਨਾਮ ਜਪੋ, ਮਾਇਆ ਮਿਲ ਜੇਗੀ। ਹਾਂਜੀ, ਖੋਜਤ ਪਹੁੰਚਿਓ ਸਿੱਖ ਹਮਾਰਾ। ਹਾਂਜੀ, ਰੂਮ ਵਿਲਾਇਤ ਬੜੀ ਮਝਾਰਾ। ਮਹਾਰਾਜ ਕਹਿੰਦੇ ਫਿਰ ਕਾਜੀ ਤੈਨੂੰ ਸੱਚ ਸੱਚ ਦੱਸਗੇ। ਆਖੋ ਵਾਹਿਗੁਰੂ। ਵਾਹਿਗੁਰੂ। ਮਹਾਰਾਜ ਕਹਿੰਦੇ ਸੱਚ ਸੱਚ ਦੱਸ ਦਈਏ। ਕਹਿੰਦਾ ਮਹਾਰਾਜ ਦੱਸੋ। ਆਕੜਿਆ ਬੈਠਾ ਸੀਗਾ। ਮਹਾਰਾਜ ਕਹਿੰਦੇ ਸਾਡਾ ਸਿੱਖ ਸਾਡੇ ਵਾਸਤੇ ਘੋੜਾ ਲੈਣ ਵਾਸਤੇ ਬੜੀਆਂ ਥਾਵਾਂ ਤੇ ਗਿਆ ਤੇ ਫਿਰ ਉਹ ਰੂਮ ਵਿੱਚ ਪਹੁੰਚਿਆ। ਹਾਂਜੀ, ਦਰਬ ਲਾਖ ਤਹ ਦੇ ਕਰ ਲਿਆਇਓ। ਕਿਸ ਕੇ ਕਹੇ ਸ਼ਾਹੋ ਸੁਨ ਪਾਇਓ। ਤੁਰੰਗ ਮੰਗਾਇਓ ਸੀਨੇ ਜੋਰੀ। ਪਿਖਿਓ ਨਿਆਏ ਤੇ ਨਹਿ ਪ੍ਰਭ ਔਰੀ। ਮਹਾਰਾਜ ਕਹਿਣ ਲੱਗੇ ਉਹਨੇ ਰੂਮ ਦੇਸ਼ ਤੋਂ ਘੋੜਾ ਲਿਆਂਦਾ, ਲੱਖ ਰੁਪਈਆ ਦੇ ਕੇ ਲਿਆਂਦਾ। ਤੇਰੇ ਬਾਦਸ਼ਾਹ ਨੇ ਕਿਸੇ ਕੋਲੋਂ ਸੁਣ ਲਿਆ ਤੇ ਧੱਕੇ ਨਾਲ ਘੋੜਾ ਖੋਹ ਲਿਆ। ਕਹਿਣ ਲੱਗੇ ਸਾਡਾ ਘੋੜਾ ਸੀ ਕਾਜੀ, ਤੂੰ ਖੁਦਾ ਨੂੰ ਮੰਨਦਾ, ਵੇਖ ਖੁਦਾ ਦਾ ਨਿਆਂ। ਸਾਡਾ ਘੋੜਾ ਖੋਇਆ ਸੀ, ਮੁੜ ਜੁਗਤੀ ਨਾਲ ਸਾਡੇ ਕੋਲ ਆ ਗਿਆ। ਕਹਿਣ ਲੱਗੇ ਸਾਡਾ ਸੀਗਾ, ਸਾਡੇ ਕੋ ਆ ਗਿਆ। ਹਾਂਜੀ, ਕਿਮ ਖੁਦਾਏ ਕੋ ਭਾਵੈ ਬਾਤ। ਹਾਂਜੀ, ਸਮਝ ਲਿਓ ਕਾਜੀ ਇਸ ਭਾਂਤ। ਇਸ ਕਰਕੇ ਕਾਜੀ ਇਹ ਗੱਲ ਸਮਝ ਲਿਆ ਵੀ ਇਹ ਖੁਦਾ ਨੂੰ ਇੰਝ ਹੀ ਪਾਉਂਦਾ ਸੀ, ਬਾਕੀ ਖੁਦਾ ਦੀ ਮਰਜ਼ੀ ਦਾ ਕੀ ਪਤਾ। ਕਹਿੰਦੇ ਹਾਂਜੀ, ਕਿਤਕ ਦਿਵਸ ਮਹਿ ਸੰਗਤ ਆਵੈ। ਤੁਮਕੋ ਦੇਹੇ ਦਰਬ ਸੋ ਲਿਆਵੈ। ਬਾਕੀ ਚਿੰਤਾ ਨਾ ਕਰ, ਪੈਸੇ ਤੈਨੂੰ ਦਿਆਂਗੇ। ਕਹਿਣ ਲੱਗੇ ਮੋਲੇ ਦਾ ਤਾਰ ਦਿੱਤਾ ਸਾਡੇ ਸਿੱਖ ਨੇ, ਲੱਖ ਰੁਪਈਆ ਸਾਡੀ ਮਾਇਆ ਸੀ। ਕਹਿਣ ਲੱਗੇ ਬਾਕੀ ਥੋੜੇ ਦਿਨ ਰੁਕ ਜਾ, ਸੰਗਤ ਆਏਗੀ 10,000 ਰੁਪਈਆ ਦੇ ਦਿਆਂਗੇ ਤੈਨੂੰ। ਹਾਂਜੀ, ਧੀਰਜ ਧਰੋ ਕਿਤੇਕ ਦਿਨ ਔਰ। ਥੋੜੇ ਦਿਨ ਹੋਰ ਧੀਰਜ ਕਰ ਲੈ, ਜਿਹਨੂੰ ਆਪਾਂ ਠੇਠ ਪੰਜਾਬੀ ਚ ਕਹਿੰਦੇ ਹੌਸਲਾ ਕਰੋ ਭਾਈ। ਹਾਂਜੀ, 10,000 ਲਿਓ ਬੈਠੇ ਠੌਰ। ਮਹਾਰਾਜ ਕਹਿੰਦੇ ਇਕੱਠਾ ਹੀ 10,000 ਦਿਆਂਗੇ, ਇੱਥੇ ਬਿਠਾ ਕੇ ਦਿਆਂਗੇ। ਹਾਂਜੀ, ਰਿਸ ਧਰ ਕੁਛਕ ਬਾਕ ਤਬ ਕਹੇ। ਤੇ ਮੂਰਖ ਆਖੋ ਵਾਹਿਗੁਰੂ। ਵਾਹਿਗੁਰੂ। ਉਸ ਮੂਰਖ ਨੇ ਮਹਾਰਾਜ ਦੀ ਮਹਿਮਾ ਨਹੀਂ ਜਾਣੀ ਤੇ ਗੁੱਸੇ 'ਚ ਗੱਲ ਕਰਨ ਲੱਗਾ ਜੀ। ਹਾਂਜੀ, ਸਤਿਗੁਰ ਮਹਿਮਾ ਮੂਡ ਨ ਲਹੇ। ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਮੂਰਖ ਨੇ ਗੁਰਾਂ ਦੀ ਮਹਿਮਾ ਨਹੀਂ ਸਮਝੀ। ਹਾਂਜੀ, ਸੁਨੋ ਗੁਰੂ ਜੀ ਬਾਤ ਨ ਆਛੇ। ਕਹਿੰਦਾ ਗੁਰੂ ਜੀ ਸੁਣ ਲਓ, ਇਹ ਚੰਗੀ ਗੱਲ ਨਹੀਂ ਹੈਗੀ। ਹਾਂਜੀ,
ਪ੍ਰਥਮ ਕਹੋ ਨਹਿ ਪੂਰੋ ਪਾਛੇ। ਤੁਸੀਂ ਆਖਿਆ ਸੀਗਾ ਤੇ ਹੁਣ ਪੂਰਾ ਨਹੀਂ ਕਰ ਰਹੇ। ਮਹਾਰਾਜ ਤੇ ਕਹਿ ਰਹੇ ਵੀ ਦੇ ਦਾਂਗੇ। ਹਾਂਜੀ। ਕਬ ਲੋ ਮੈਂ ਧੀਰਜ ਧਰ ਰਹੋ। ਕਹਿੰਦਾ ਕਿੰਨਾ ਕੁ ਚਿਰ ਹੌਸਲਾ ਰੱਖਾਂ। ਹਾਂਜੀ। ਚਿਰੰਕਾਲ ਭਾ ਦਰਬ ਨਾ ਲਹੋ। ਕਿੰਨਾ ਚਿਰ ਹੋ ਗਿਆ ਮਾਇਆ ਨਹੀਂ ਦਿੱਤੀ ਤੁਸਾਂ। ਹਾਂਜੀ। ਸੌਦਾ ਨਹੀਂ ਤੁਰੰਗ ਕੇ ਫਿਰੇ। ਹਾਂਜੀ। ਤਉ ਲਿਜਾਵਹਿ ਦੇਹੁ ਹਮ ਘਰੇ। ਆਖੋ ਵਾਹਿਗੁਰੂ। ਵਾਹਿਗੁਰੂ। ਵੇਖੋ ਇਹਦੀ ਜੁਰਤ ਤੇ ਵੇਖੋ, ਜੁਰਤ ਵੇਖੋ। ਕਹਿੰਦਾ ਮਹਾਰਾਜ ਜੇ ਤੂੰ 10,000 ਦੇਣਾ ਠੀਕ ਹੈ, ਘੋੜਾ ਖੋਲ ਕੇ ਆਪਣੇ ਘਰ ਲੈ ਜਾਗਾ। ਕਹਿਣ ਲੱਗਾ ਫਿਰ ਕੀ ਕਰੋਗੇ। ਹਾਂਜੀ। ਹਯ ਰੱਖੋ ਤੋ ਧਨ ਦੇ ਦੀਜੈ। ਤੇ ਜੇ ਘੋੜਾ ਰੱਖਣਾ ਤੇ ਮਾਇਆ ਦਿਓ। ਵੇਖੋ ਨਾ ਜੀ, ਧੱਕੇ ਨਾ ਖੋਇਆ ਜੀ, ਉਹਦੇ ਵੀ ਪੈਸੇ ਮੰਗੀ ਜਾਂਦੇ ਜੀ। ਸਿੱਖ ਨੇ ਤੇ ਮੁੱਲ ਤਾਰਿਆ ਜੀ ਇਹਦਾ ਜੀ। ਧੱਕੇ ਨਾ ਘੋੜਾ ਖੋਇਆ, ਉਹਦੇ ਵੀ ਪੈਸੇ ਮੰਗਦੇ। ਕਿੱਡੇ ਚਲਾਕ ਹੈਗੇ ਆ ਜੀ ਇਹ। ਹਾਂਜੀ। ਜੇ ਨਾ ਦੇਹੋ ਤੋ ਫੇਰਨ ਕੀਜੈ। ਕਹਿਣ ਲੱਗਾ ਜੇ ਮਾਇਆ ਨਹੀਂ ਦੇਣੀ ਤੇ ਮੈਨੂੰ ਘੋੜਾ ਵਾਪਸ ਦੇ ਦਿਓ। ਨਾਹੀਂ ਤਾਂ ਬਿਗੜ ਪਰੇਗੀ ਬਾਤ। ਵੇਖੋ ਹੈ ਕਿ ਨਹੀਂ, ਬਿੱਲੀ ਸ਼ੇਰ ਨੂੰ ਡਰਾਉਂਦੀ ਹੈ। ਇਹ ਬਿੱਲੀ ਵਰਗਾ ਤੇ ਸਤਿਗੁਰੂ ਤੇ ਦੀਨ ਦੁਨੀਆ ਦੇ ਮਾਲਕ ਨੇ ਜੀ। ਕਾਜੀ ਕਹਿੰਦਾ ਨਹੀਂ ਤੇ ਗੱਲ ਵਿਗੜ ਜਾਏਗੀ। ਹਾਂਜੀ। ਕਰਹੁ ਟਾਲ ਮੁਝ ਸੋ ਬਖਿਆਤ। ਤੇ ਪ੍ਰਗਟ ਰੂਪ ਵਿੱਚ ਮੈਨੂੰ ਨਾ ਕਰ ਦਿਓ। ਕਹਿ ਦਿਓ ਵੀ ਨਾ ਤੇ ਘੋੜਾ ਲੈ ਜਾ। ਹਾਂਜੀ। ਤਬ ਭਾਈ ਬਿਰਧ ਨੇ ਸਮਝਾਇਓ। ਤੇ ਜਦੋਂ ਕਾਜੀ ਹੋਇਆ ਨਾ ਤਾਂ ਠਾਂ ਤੇ ਸੰਗਤ ਚ ਧੰਨ ਧੰਨ ਬਾਬਾ ਬੁੱਢਾ ਜੀ ਬੈਠੇ ਸਨ ਜੀ। ਆਖੋ ਵਾਹਿਗੁਰੂ। ਵਾਹਿਗੁਰੂ। ਲਾਗੇ ਬੈਠੇ ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਰਿਸ ਤੇ ਕਹਿਨ ਨਾ ਸ਼ੁਭ ਬਨ ਆਇਓ। ਕਹਿੰਦੇ ਉਹ ਪਿਆਰਿਆ ਚੁੱਪ ਕਰ ਜਾ। ਇੱਥੇ ਹੀ ਕਹਿਣ ਲੱਗੇ ਗੁੱਸੇ 'ਚ ਨਹੀਂ ਗੱਲ ਕਰਨੀ ਸਾਡੇ ਗੁਰੂ ਜੀ ਦੇ ਨਾਲ। ਹਾਂਜੀ। ਗੁਰ ਘਰ ਮਹਿ ਪ੍ਰਵਾਹ ਨਾ ਕੋਈ। ਗੁਰੂ ਘਰ 'ਚ ਕੋਈ ਪਰਵਾਹ ਨਹੀਂ ਹੈਗੀ ਕਹਿਣ ਲੱਗੇ ਕਿਸੇ ਦੀ। ਹਾਂਜੀ। ਪਾਵਹਿ ਪ੍ਰਾਲ ਬਦ ਜਬ ਹੋਈ। ਪਾਵ ਹੈ ਪਰਾ ਲਬਦ ਜਬ ਹੋਈ। ਪਰਾ ਲਬਦ ਕਹਿਣਾ ਕਹਿੰਦੇ ਜਿਹੜੀ ਤੇਰੀ ਪਰਾ ਲਬਦ ਹੈ ਨਾ ਉਹ ਤੈਨੂੰ ਮਿਲ ਜਾਣੀ ਹੈ। ਹਾਂਜੀ। ਅਪਰ ਦਿਵਸ ਕੇਤਿਕ ਅਬ ਦੇਖ। ਕੁਝ ਦਿਨ ਜੇ ਤੈਨੂੰ ਮੇਰੇ ਮਾਲਕ ਨੇ ਕਿਹਾ ਤੇ ਰੁਕ ਜਾ। ਹਾਂਜੀ। ਕਇਆ ਤੇ ਕਇਆ ਹੋਏ ਜਾਹੇ ਵਿਸ਼ੇਖ। ਆਖੋ ਵਾਹਿਗੁਰੂ। ਵਾਹਿਗੁਰੂ। ਕਹਿੰਦੇ ਤੂੰ ਰੁਕ ਕੇ ਤੇ ਵੇਖ, ਕੀ ਪਤਾ ਤੈਨੂੰ ਕੀ ਦਾ ਕੀ ਨਹੀਂ ਮਿਲ ਜਾਣਾ। ਮਹਾਰਾਜ ਨੇ ਕਿੰਨੀ ਕਿੰਨੀ ਮਾਇਆ ਦੇ ਦੇਣੀ। ਇਹੋ ਹੀ ਗੱਲਾਂ ਨੇ ਨਾ, ਬੰਦਾ ਹੌਸਲਾ ਨਹੀਂ ਕਰਦਾ ਸੰਗਤ ਜੀ, ਧੀਰਜ ਨਹੀਂ ਧਾਰਦਾ ਤੇ ਕਾਲਾ ਪੈ ਜਾਂਦਾ ਜੀ। ਆਪਾਂ ਵੇਖ ਲਈਏ ਸੰਸਾਰ 'ਚ ਕਾਲੇ ਪੈ ਜਾਂਦੇ ਆ ਤੇ ਕਾਲੇ ਪੈ ਕੇ ਕਈ ਵਾਰੀ ਬਣੇ ਬਣਾਏ ਕੰਮ ਵੀ ਜਿਹੜੇ ਉਹ ਵਿਗਾੜ ਬੈਠੇ ਆ ਜੀ। ਧੰਨ ਧੰਨ ਬਾਬਾ ਬੁੱਢਾ ਜੀ ਕਹਿੰਦੇ ਕਾਲਾ ਨਾ ਪੈ, ਕੀ ਪਤਾ ਮਹਾਰਾਜ ਨੇ ਤੈਨੂੰ ਕੀ ਦਾ ਕੀ ਨਹੀਂ ਦੇਣਾ। ਹਾਂਜੀ। ਲਿਹੋ ਧਨ ਧੀਰ ਧਰੋ ਬੁੱਧਵਾਨ। ਆਖੋ ਵਾਹਿਗੁਰੂ। ਵਾਹਿਗੁਰੂ। ਕਿੱਥੇ ਲਿਹੋ ਧਨ ਧੀਰ ਧਰੋ ਬੁੱਧਵਾਨ। ਕਹਿੰਦੇ ਤੂੰ ਸਿਆਣਾ ਕੁਰਾਨ ਸ਼ਰੀਫ ਪੜ੍ਹਦਾ ਹੈ, ਲੈ ਲਈ ਮਾਇਆ ਕਹਿਣ ਲੱਗੇ। ਹਾਂਜੀ। ਫੀਕੇ ਬਾਕ ਨਾ ਕਰੋ ਬਖਾਨ। ਤੂੰ ਮਾੜਾ ਤੇ ਨਾ ਬੋਲ, ਫਿੱਕਾ ਤੇ ਨਾ ਬੋਲ। ਹਾਂਜੀ। ਸੁਨਤ ਸ਼ੋਭ ਕਰ ਉਠ ਤਬ ਚਾਲਾ। ਹੁਣ ਉਹ ਸੁਣ ਕੇ ਦੁੱਖ ਤੇ ਹੋਇਆ ਜੀ ਉਹਨੂੰ, ਪਰ ਉੱਠ ਕੇ ਚਲੇ ਗਿਆ। ਹਾਂਜੀ। ਕਹਿਤ ਬ੍ਰਿਧ ਸੋ ਅਬ ਮੈਂ ਟਾਲਾ। ਤੇ ਬਾਬਾ ਬੁੱਢਾ ਜੀ ਨੂੰ ਕਹਿਣ ਲੱਗਾ ਵੀ ਹੁਣ ਤੇ ਮੈਂ ਚਲੇ ਜਾਣਾ। ਹਾਂਜੀ। ਕਰਹੁ ਦਰਬ ਕੋ ਤਿਆਰ ਅਗਾਰੀ। ਪਰ ਹੁਣ ਮਾਇਆ ਤਿਆਰ ਹੀ ਰੱਖਿਓ। ਜਾਓ ਨਾ ਛੂਛੋ ਪਨ ਤਿਸ ਬਾਰੀ। ਮੈਂ ਕਹਿੰਦਾ ਹੁਣ ਜਦੋਂ ਆਉਣਾ ਖਾਲੀ ਨਹੀਂ ਜਾਣਾ। ਆਖੋ ਵਾਹਿਗੁਰੂ। ਵਾਹਿਗੁਰੂ। ਇਹੋ ਹੀ ਭੁਲੇਖੇ ਆ ਜੀ ਬੰਦੇ, ਐਵੇਂ ਹੀ ਪਤਾ ਹੀ ਨਹੀਂ, ਸਵਾਸਾਂ ਦਾ ਪਤਾ ਨਹੀਂ ਹੈਗਾ ਵੀ ਘਰ ਪਹੁੰਚਣਾ ਹੈ ਕਿ ਨਹੀਂ ਪਹੁੰਚਣਾ, ਪਰ ਬੰਦਾ ਹਉਮੈ ਦੀਆਂ ਗੱਲਾਂ ਨਹੀਂ ਛੱਡਦਾ ਸਾਧ ਸੰਗਤ ਜੀ। ਹਾਂਜੀ। ਇਤਿਆਦਿਕ ਬੋਲਤ ਚੱਲ ਗਇਓ। ਇਸ ਤਰੀਕੇ ਨਾਲ ਬੋਲਦਾ ਬੋਲਦਾ ਕਾਜੀ ਆਪਣੇ ਘਰਾਂ ਨੂੰ ਚਲੇ ਗਿਆ। ਹਾਂਜੀ। ਮਨ ਮਹਿ ਗਿਣਤ ਅਨਕ ਬਿਦ ਭਇਓ। ਮਨ ਵਿੱਚ ਬੜੀਆਂ ਗਿਣਤੀਆਂ ਸੋਚਦਾ ਰਿਹਾ ਵੀ ਇਹ ਕੀ ਗੱਲ ਹੈਗੀ, ਮਹਾਰਾਜ ਮਾਇਆ ਕਿਉਂ ਨਹੀਂ ਦੇ ਰਹੇ। ਹਾਂਜੀ। ਅਬ ਕੇ ਦੇਹ ਤਾ ਰਹਿ ਹੈ ਨੀਕੇ। ਹਾਂਜੀ। ਨਾਹੇ ਤਾ ਪਰੈ ਸ਼ਾਹੋ ਢਿਗ ਫੀਕੇ। ਹਾਂਜੀ।
ਲੈ ਹੋਂ ਦੇ ਜੋਰ ਤਨ ਸਾਰੋ, ਹਜਰਤ ਕੋ ਸਭ ਭੇਵ ਉਚਾਰੋ। ਤੇ ਫਿਰ ਬੰਦਾ ਸੰਗਤ ਜੀ ਬੜੀਆਂ ਪੁੱਠੀਆਂ ਪੁੱਠੀਆਂ ਸੋਚਾਂ ਵੀ ਸੋਚਣ ਲੱਗ ਪੈਂਦਾ ਜੀ। ਕਹਿੰਦਾ ਜੇ ਹੁਣ ਨਾ ਮਾਇਆ ਦਿੱਤੀ ਤੇ ਬਾਦਸ਼ਾਹ ਨੂੰ ਕਹਿ ਕੇ ਧੱਕੇ ਨਾ ਮਾਇਆ ਲਵਾਂਗਾ, ਕਹਿਣ ਲੱਗਾ। ਹਾਂਜੀ। ਕਿਤਕ ਦਿਵਸ ਨਹਿ ਬਹੁਰੋ ਆਵਾ, ਹਾਂਜੀ। ਰਾਤ ਦਿਵਸ ਇਸ ਤਨ ਮਨ ਲਾਵਾ। ਆਖੋ ਵਾਹਿਗੁਰੂ ਵਾਹਿਗੁਰੂ। ਫਿਰ ਕਾਫੀ ਦਿਨ ਤੱਕ ਤੇ ਨਾ ਆਇਆ ਜੀ। ਕਿਤਕ ਦਿਵਸ ਨਹਿ ਬਹੁਰੋ ਆਵਾ, ਆਇਆ ਤੇ ਨਹੀਂ ਪਰ ਧਿਆਨ ਮਾਇਆ 'ਚ ਹੀ ਲੱਗਾ ਸੀਗਾ ਇਹਦਾ ਜੀ। ਹਾਂਜੀ। ਪਹੁੰਚਿਓ ਪੁੰਨ ਦਿਨ ਢਰੇ ਦੁਪਹਿਰੇ। ਹਾਂਜੀ। ਫਿਰ ਇੱਕ ਦਿਨ ਦੁਪਹਿਰ ਢਰੇ, ਜਿਵੇਂ 3-4 ਵਜੇ ਦਾ ਸਮਾਂ ਹੁੰਦਾ, ਉਸ ਸਮੇਂ ਇਹ ਪਹੁੰਚਿਆ। ਹਾਂਜੀ। ਸ੍ਰੀ ਗੁਰੂ ਹੁਤੇ ਸੇਜ ਪਰ ਠਹਿਰੇ। ਤੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਾਲਕ ਸਤਿਗੁਰੂ ਜੀ ਆਰਾਮ ਕਰ ਰਹੇ ਹਨ। ਬਿਰਧ ਬੈਠਿਓ ਜਹ ਗੁਰ ਕੋ ਪੌਰ। ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਸੰਗਤ ਜੀ ਗੱਜ ਕੇ ਕਹਿ ਦਿਓ। ਵੇਖੋ 115 ਸਾਲ ਤੋਂ ਵੱਧ ਦੀ ਉਮਰ ਸੀ ਉਦੋਂ ਬਾਬਾ ਜੀ ਦੀ, ਜਦੋਂ ਦੀ ਕਥਾ ਹੈਗੀ ਹੈ ਜੀ। ਤੇ ਬਾਬਾ ਜੀ ਨਾ ਜੀ ਮਹਾਰਾਜ ਆਰਾਮ ਕਰਨ ਦੇ ਤੇ ਬਾਬਾ ਜੀ ਬਾਹਰ ਪਹਿਰਾ ਦੇਣ ਦਾ ਹੈ ਜੀ, ਬਾਬਾ ਬੁੱਢਾ ਸਾਹਿਬ ਜੀ। ਹਾਂਜੀ। ਬਿਰਧ ਬੈਠਿਓ ਜਹ ਗੁਰ ਕੋ ਪੌਰ, ਜਿੱਥੇ ਗੁਰੂ ਜੀ ਦਾ ਦਰਵਾਜ਼ਾ ਸੀ ਨਾ ਜੀ, ਬਾਬਾ ਬੁੱਢਾ ਜੀ ਬਾਹਰ ਬੈਠੇ ਪਹਿਰਾ ਦੇਣ ਦਾ ਹੈ ਜੀ। ਹਾਂਜੀ। ਅਪਰ ਸਮੀਪ ਨ ਸਿੱਖ ਤਿਸ ਠੌਰ। ਤੇ ਹੋਰ ਕੋਈ ਸਿੱਖ ਨਹੀਂ ਸੀਗਾ ਗਾ ਜੀ। ਹਾਂਜੀ। ਬੈਠਿਓ ਕਾਜੀ ਕਹਿਓ ਸੁਨਾਏ। ਕਾਜੀ ਆ ਗਿਆ ਜੀ। ਹੈਂ ਅੱਗ ਪਪੂਲਾ ਸੜਿਆ ਬਲਿਆ ਆਇਆ ਜੀ ਹੈ ਜੀ। ਤੇ ਬਾਬਾ ਜੀ ਦੇ ਲਾਗੇ ਬੈਠ ਗਿਆ ਤੇ ਬਾਬਾ ਜੀ ਨੂੰ ਕਹਿਣ ਲੱਗਾ, ਹਮ ਗੁਰ ਟਿਗ ਚਾਹਤ ਅਬ ਜਾਏ। ਕਹਿੰਦਾ ਵੀ ਮੈਨੂੰ ਗੁਰੂ ਸਾਹਿਬ ਦੇ ਕੋਲ ਅੰਦਰ ਜਾਣ ਦਿਓ। ਤੇ ਤੁਸੀਂ ਸੋਚੋ ਵੀ ਬਾਹਰ ਬੈਠੇ ਹੋਣ ਬਾਬਾ ਬੁੱਢਾ ਜੀ ਤੇ ਕੋਈ ਮਨਮਤੀਆ ਅੰਦਰ ਆਏਗਾ ਜੀ? ਨਹੀਂ ਆਣ ਦੇਣਾ ਬਾਬਾ ਜੀ ਨੇ। ਬਾਬਾ ਬੁੱਢਾ ਜੀ ਨੇ ਸਾਰੀ ਜ਼ਿੰਦਗੀ ਲਾਈ ਹੈ ਜੀ। ਗੁਰੂ ਨਾਨਕ ਸਾਹਿਬ ਦੇ ਪਹਿਰੇਦਾਰ, ਗੁਰੂ ਅੰਗਦ ਸਾਹਿਬ ਜੀ ਦੇ ਪਹਿਰੇਦਾਰ। ਬਾਬਾ ਬੁੱਢਾ ਜੀ ਨੂੰ ਇਹ ਕਹਿੰਦਾ ਵੀ ਮੈਨੂੰ ਅੰਦਰ ਜਾਣ ਦਿਓ। ਹਾਂਜੀ। ਦਿਵਸ ਬਿਤਾਏ ਕਿਤੇ ਹਮ ਆਏ। ਵੀ ਮੈਂ ਹੁਣ ਕਈ ਦਿਨ ਲੰਘਾ ਕੇ ਤੇ ਫਿਰ ਆਇਆ। ਹਾਂਜੀ। ਚਾਹਤ ਹੈ ਆਪਣੋ ਧਨ ਪਾਏ। ਤੇ ਮੈਂ ਆਪਣੀ ਮਾਇਆ ਲੈਣ ਵਾਸਤੇ ਆਇਆ। ਮਾਇਆ ਤੇ ਆਪਣੀ ਹੈਗੀ ਨਹੀਂ ਜੀ। ਹਾਂਜੀ। ਸੁਨ ਬਿਰਧ ਕਹਿਓ ਨਾ ਮਿਲਬੇ ਕਾਲ। ਬਾਬਾ ਬੁੱਢਾ ਜੀ ਕਹਿੰਦੇ ਨਹੀਂ, ਤੂੰ ਅੰਦਰ ਨਹੀਂ ਜਾ ਸਕਦਾ। ਇਹ ਮਿਲਣ ਦਾ ਸਮਾਂ ਨਹੀਂ ਹੈਗਾ। ਸਤਿਗੁਰੂ ਅੰਦਰ ਬੈਠੇ ਆਰਾਮ ਕਰਦੇ ਆ। ਹਾਂਜੀ। ਪੁਨ ਆਵਹੋ ਲਿਹੋ ਦਰਸ ਕਿਰਪਾਲ। ਤੇ ਬਾਬਾ ਬੁੱਢਾ ਜੀ ਵੇਖੋ ਗੱਲ ਕਰਨ ਦਾ ਤਰੀਕਾ। ਬਾਬਾ ਜੀ ਕਹਿੰਦੇ ਮੁੜ ਆਈ ਤੇ ਫਿਰ ਦਰਸ਼ਨ ਕਰੀ ਕਿਰਪਾਲੂ ਗੁਰੂ ਜੀ ਦੇ। ਮੁੜ ਦਰਸ਼ਨ ਕਰ ਲਈ ਆ ਕੇ। ਹਾਂਜੀ। ਅਬਹਿ ਸੇਜ ਪਰ ਗੁਰ ਬਿਸਰਾਮੇ। ਇਸ ਸਮੇਂ ਤਾਂ ਮੇਰੇ ਸਤਿਗੁਰੂ ਜੀ ਆਰਾਮ ਕਰ ਰਹੇ ਨੇ ਸੇਜਾਂ ਤੇ। ਕੋ ਨ ਉਠਾਏ ਸਕਹਿ ਅਸ ਕਾਮੇ। ਤੇ ਕੋਈ ਤੇ ਛੱਡੋ, ਮੈਂ ਵੀ ਕਹਿੰਦੇ ਉਠਾ ਨਹੀਂ ਸਕਦਾ ਗੁਰੂ ਜੀ ਨੂੰ ਜੀ। ਸੱਚੇ ਪਾਤਸ਼ਾਹ ਜੀ ਦੀ ਮੌਜ ਹੈ। ਅਸੀਂ ਨਹੀਂ ਮਹਾਰਾਜ ਨੂੰ ਕਹਿ ਸਕਦੇ ਵੀ ਮਹਾਰਾਜ ਉੱਠ ਕੇ ਬਾਹਰ ਆਓ। ਹਾਂਜੀ। ਕਾਜੀ ਰਿਸ ਕਰ ਗਿਰਾ ਉਚਾਰੀ। ਬਾਬਾ ਜੀ ਨੇ ਤੇ ਸ਼ਾਂਤੀ ਨਾਲ ਹੀ ਜਵਾਬ ਦਿੱਤਾ ਤੇ ਇਹਨੇ ਅੱਗੋਂ ਫਿਰ ਪੁੱਠੀ ਗੱਲ ਕੀਤੀ ਜੀ। ਹਾਂਜੀ। ਕਾਰਦਾਰ ਗੁਰ ਘਰ ਕੋ ਭਾਰੀ। ਗੁੱਸੇ ਵਿੱਚ ਆਇਆ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਬਾਬਾ ਬੁੱਢਾ ਜੀ ਨੂੰ ਕਹਿੰਦਾ ਵੀ ਬਾਬਾ ਬੁੱਢਾ ਜੀ ਤੁਸੀਂ ਹੋ ਨਾ? ਕਹਿੰਦਾ ਬਾਬਾ ਜੀ ਕਹਿੰਦੇ ਮੈਨੂੰ ਹੀ ਕਹਿੰਦੇ ਆ। ਕਹਿੰਦਾ ਮੈਂ ਸੁਣਿਆ ਤੁਸੀਂ ਵੱਡੇ ਕਾਰਦਾਰ 'ਚ, ਸਾਰੀ ਜ਼ਿੰਮੇਵਾਰੀ ਤੁਹਾਡੇ ਤੇ ਹੈ। ਹਾਂਜੀ। ਹਮਨੇ ਸੁਣਿਓ ਤੁਸੀਂ ਇੱਕ ਅਹੈ। ਮੈਂ ਸੁਣਿਆ ਵੀ ਇੱਕ ਤੁਸੀਂ ਹੈਗੇ 'ਚ। ਹਾਂਜੀ। ਖਰਚ ਹੈ ਦਰਬ ਸੰਭਾਰਤ ਰਹਿ। ਵਾਹਿਗੁਰੂ। ਤੁਸੀਂ ਮਾਇਆ ਫੜਦੇ ਹੋ, ਤੁਸੀਂ ਖਰਚਦੇ ਹੋ, ਤੁਸੀਂ ਸਾਂਭਦੇ ਹੋ। ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਇਹਦੇ 'ਚ ਕੋਈ ਸ਼ੱਕ ਨਹੀਂ, ਬਾਬਾ ਬੁੱਢਾ ਜੀ ਦੀ ਜ਼ਿੰਮੇਵਾਰੀ ਸੀਗੀ ਜੀ ਇਹ ਸਾਰੀ। ਹਾਂਜੀ। ਗੁਰ ਸੋ ਮਿਲਨ ਹੋਏ ਕਹਿ ਨਾਹੀ। ਹਾਂਜੀ। ਦਰਬ ਸਰਬ ਲੇਵ ਹੋ ਤੁਝ ਪਾਹੀ। ਤੇ ਕਹਿਣ ਲੱਗਾ ਵੀ ਕੋਈ ਨਹੀਂ, ਮਹਾਰਾਜ ਨਾਲ ਮੇਲਾ ਨਾ ਵੀ ਹੋਵੇ ਤੁਹਾਡੇ ਕੋਲ ਮਾਇਆ ਲੈ ਲੈਣਾ। ਮੈਂ ਕਹਿਣ ਲੱਗਾ ਪੈਸੇ ਲੈਣੇ ਮੈਨੂੰ ਤੇ ਪੈਸਿਆਂ ਦਾ ਮਤਲਬ ਹੈ। ਕਹਿੰਦਾ ਹਾਂਜੀ।
ਸੋ ਭੀ ਤੁਝ ਤੇ ਕਰਹਿ ਤੇ ਦਿਵਾਵਨ। ਗੁਰੂ ਸਾਹਿਬ ਨੇ ਵੀ ਤੇ ਤੁਹਾਨੂੰ ਹੀ ਕਹਿਣਾ ਪੈਸੇ ਦੇਣ ਲਈ। ਹਾਂਜੀ, ਦੇਹੋ ਅਬ ਮੋਕੋ ਬਾਤ ਸੁਹਾਵਨ। ਤੇ ਮੈਨੂੰ ਤੁਸੀਂ ਪੈਸੇ ਦੇ ਦਿਓ ਕਹਿਣ ਲੱਗਾ। ਹਾਂਜੀ, ਕਹਿਓ ਬ੍ਰਿਧ ਹਮ ਕੌਣ ਵਿਚਾਰੇ। ਆਖੋ ਵਾਹਿਗੁਰੂ ਵਾਹਿਗੁਰੂ। ਤੇ ਬਾਬਾ ਬੁੱਢਾ ਜੀ ਨਿਮਰਤਾ ਚ ਆ ਗਏ। ਸਾਧ ਸੰਗਤ ਜੀ, ਬਾਬਾ ਬੁੱਢਾ ਜੀ ਕਾਜੀ ਨੂੰ ਕਹਿਣ ਲੱਗੇ, ਤੰਬੂ ਦੇ ਬਾਹਰ ਬੈਠੇ ਪਹਿਰੇ ਤੇ, ਕਹਿੰਦੇ ਭਾਈ ਕਾਜੀ ਜੀ ਮੈਂ ਵਿਚਾਰਾ ਕੀ ਹੈਗਾ ਕਹਿਣ ਲੱਗੇ। ਵੇਖੋ ਗੁਰੂ ਸਾਹਿਬ ਤੋਂ ਬਾਅਦ ਜੇ ਕਿਸੇ ਦਾ ਸਭ ਤੋਂ ਵੱਧ ਸਤਿਕਾਰ ਤੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਹੈ ਜੀ। ਤੇ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਬਾਬਾ ਕਾਜੀ ਜੀ ਮੈਂ ਵਿਚਾਰਾ ਕੀ ਹੈਗਾ। ਹਾਂਜੀ, ਆਪ ਸੰਭਾਰਹਿ ਆਪਣੀ ਕਾਰੇ। ਇਹ ਮਹਾਰਾਜ ਆਪਣੇ ਕੰਮ ਆਪ ਹੀ ਕਰਦੇ ਨੇ ਸਾਰੇ। ਸੰਗਤ ਜੀ ਮੇਰੇ ਵਰਗਾ ਵੀ ਮਾਣ ਚ ਆ ਜਾਂਦਾ, ਹਾਂ ਇਹ ਸਾਰਾ ਪ੍ਰਬੰਧ ਅਸੀਂ ਕਰਦੇ ਹਾਂ। ਬਾਬਾ ਬੁੱਢਾ ਸਾਹਿਬ ਕਹਿੰਦੇ ਨਹੀਂ ਨਹੀਂ ਨਹੀਂ, ਸੱਚੇ ਪਾਤਸ਼ਾਹ ਮਹਾਰਾਜ ਆਪ ਹੀ ਸਾਰਾ ਕੁਝ ਕਰਦੇ ਆ। ਭਰੋਸਾ ਹੈ ਨਾ, ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਜਬ ਉਠ ਸ੍ਰੀ ਗੁਰ ਵਹਿਰਥ ਰਹਿ। ਤੇ ਕਾਜੀ ਜੀ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਉੱਠਣਗੇ ਬਾਹਰ ਆਉਣਗੇ, ਹਾਂਜੀ, ਤਬ ਹੀ ਤਿੰਨ ਕੋ ਦਰਸ਼ਨ ਪਹਿ। ਤੇ ਉਦੋਂ ਹੀ ਤੁਹਾਨੂੰ ਦਰਸ਼ਨ ਹੋਣਗੇ, ਪਹਿਲਾਂ ਨਹੀਂ ਹੋ ਸਕਦੇ ਜੀ। ਪਹਿਰੇਦਾਰ ਹੋਵੇ ਤੇ ਇਹੋ ਜਿਹਾ ਹੋਵੇ ਜੀ। ਹਾਂਜੀ, ਇਤਨੀ ਕਰਹਿ ਸ਼ੀਕ੍ਰਤਾ ਕਾਹੇ। ਤੇ ਇੰਨੀ ਕਾਹਦੀ ਤੁਹਾਨੂੰ ਕਾਹਲੀ ਹੈ ਕਿ ਵੀ ਹੁਣੇ ਹੀ ਅੰਦਰ ਜਾਣਾ ਹੈ। ਹਾਂਜੀ, ਅੰਤਰ ਬਰਿਓ ਚਹਤ ਗੁਰ ਪਾਹੇ। ਵੀ ਤੁਸੀਂ ਮਹਾਰਾਜ ਦੇ ਕੋਲ ਅੰਦਰ ਜਾਣਾ ਚਾਹੁੰਦੇ ਜੇ, ਨਹੀਂ ਇਹ ਕੰਮ ਠੀਕ ਨਹੀਂ ਹੈਗਾ। ਹਾਂਜੀ, ਦਾਨਸ਼ਵੰਦ ਕਹਿਓ ਨਾ ਤੂੰ ਹੋਹੇ। ਹਾਂ, ਕਰਹਿ ਨਿਦਾਨਨ ਕੀ ਗਤ ਸੋਏ। ਦਾਨਸ਼ਵਾਨ ਕਿਉਂ ਨਾ ਤੂੰ ਹੋਹੇ, ਸਿਆਣਾ ਕਿਉਂ ਨਹੀਂ ਹੁੰਦੇ ਤੁਸੀਂ ਕਹਿੰਦੇ। ਕਰਹਿ ਨਿਦਾਨਨ ਕੀ ਗਤ ਸੋਏ, ਨਿਦਾਨ ਬੱਚਿਆਂ ਵਰਗੀਆਂ ਗੱਲਾਂ ਕਰਦੇ ਜੇ। ਹਾਂਜੀ, ਸੁਨ ਕਾਜੀ ਮੂਰਖ ਰਿਸ ਧਾਰੀ। ਬਾਬਾ ਜੀ ਨੇ ਤਾਂ ਸਾਧ ਸੰਗਤ ਦੀ ਨਿਮਰਤਾ ਵਿੱਚ ਹੀ ਕਿਹਾ। ਬਾਬਾ ਜੀ ਛੇਤੀ ਗੁੱਸੇ 'ਚ ਨਹੀਂ ਆਉਂਦੇ ਜੀ। ਤੇ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਨਿਮਰਤਾ 'ਚ ਹੀ ਕਿਹਾ, ਪਰ ਕਾਜੀ ਨੂੰ ਹਉਮੈ ਦਾ ਭਰਿਆ ਸੀ। ਕਾਜੀ ਹੰਕਾਰ 'ਚ ਆ ਕੇ ਕਹਿਣ ਲੱਗਾ। ਹਾਂਜੀ, ਸਨਮੁਖ ਬ੍ਰਿਧ ਕੇ ਨਿਠੁਰ ਉਚਾਰੀ। ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਨਾ ਡਰਾਵੇ ਵਾਲੀਆਂ ਗੱਲਾਂ ਕਰਦਾ ਜੀ। ਹਾਂਜੀ, ਕਿਆ ਤੂੰ ਬੈਠਿਓ ਬਾਤ ਬਣਾਵੇਂ। ਮੈਂ ਹੁਣ ਇਹਦੀ ਬੋਲੀ ਨਾ ਹੀ ਬੋਲਾਂ ਤੇ ਚੰਗਾ ਜੀ। ਆਖੋ ਵਾਹਿਗੁਰੂ ਵਾਹਿਗੁਰੂ। ਕਹਿੰਦਾ ਤੁਸੀਂ ਇੱਥੇ ਬੈਠੇ, ਇਹਨੇ ਤਾਂ ਤੂੰ ਹੀ ਕਿਹਾ ਬਾਬਾ ਜੀ ਨੂੰ ਜੀ। ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਬਾਬਾ ਬੁੱਢਾ ਜੀ ਨੂੰ ਤੂੰ ਕਰਕੇ ਗੱਲ ਕੀਤੀ ਕਾਜੀ ਨੇ ਜੀ, ਵੀ ਇੱਥੇ ਬੈਠੇ ਗੱਲਾਂ ਬਣਾਉਂਦੇ ਜੇ। ਹਾਂਜੀ, ਸ਼ਾਹ ਜਹਾਂ ਤੇ ਤਰਾਸ ਨਾ ਪਾਵੇਂ। ਤੇ ਬਾਬਾ ਬੁੱਢਾ ਜੀ ਨੂੰ ਸ਼ਾਹਜਹਾਂ ਤੋਂ ਡਰਾਉਂਦਾ ਜੀ। ਵੇਖੋ ਜੀ, ਹੈ ਧੰਨ ਧੰਨ ਬਾਬਾ ਬੁੱਢਾ ਸਾਹਿਬ ਕਹਿੰਦਾ ਤੁਹਾਨੂੰ ਸ਼ਾਹਜਹਾਂ ਤੋਂ ਡਰ ਨਹੀਂ ਲੱਗਦਾ। ਤੂੰ ਹੀ ਕਹਿੰਦਾ ਸੀ ਵੈਸੇ ਬਾਬਾ ਜੀ ਨੂੰ। ਹਾਂਜੀ, ਇੱਕ ਬਿਰ ਕਹਿ ਕਰ ਹਜਰਤ ਨਾਲ। ਤੇ ਫਿਰ ਪੜੋ, ਇੱਕ ਬਿਰ ਕਹਿ ਕਰ ਹਜਰਤ ਨਾਲ। ਇੱਕ ਵਾਰ ਮੈਂ ਬਾਦਸ਼ਾਹ ਨੂੰ ਜੇ ਕਹਿਤਾ ਨਾ, ਹਾਂਜੀ, ਲੈ ਹੋਂ ਬਨ ਦਮਾਦ ਤਿਸ ਕਾਲ। ਤੇ ਮੂਰਖ ਕਾਜੀ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗਾ ਵੀ ਜਵਾਈ ਬਣ ਕੇ ਪੈਸੇ ਲਵਾਂਗਾ। ਹਾਂਜੀ, ਕੌਣ ਅਰਹੇ ਸਭ ਡਰਹਿ ਮਹਾਨਾ। ਕਿਹੜਾ ਫਿਰ ਜਿਹੜਾ ਅੜੇਗਾ ਤੇ ਸਾਰੇ ਤੇ ਡਰਦੇ ਨੇ ਬਾਦਸ਼ਾਹ ਤੋਂ। ਤਤ ਛਿਨ ਦਹਿ ਦਰਬ ਬਿਰਾਨਾ। ਤੇ ਫਿਰ ਵੇਖੀ ਤਤਕਾਲ ਹੀ ਪੈਸੇ ਦੇਏਗਾ ਤੂੰ। ਇਹ ਬਾਬਾ ਜੀ ਨੂੰ ਕਹਿੰਦਾ। ਆਖੋ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਤੇ ਜਦੋਂ ਇਹ ਹੁਣ ਜਵਾਈ ਕਿਹਦਾ ਬਣਨਾ ਜੀ, ਸਤਿਗੁਰੂ ਜੀ ਦੇ ਜਵਾਈ ਬਣਨ ਦੀ ਗੱਲ ਕਰਦਾ ਜੀ। ਹੈ ਕਾਜੀ ਬੁੱਢਾ ਦਿਮਾਗ ਖਰਾਬ, ਮੱਤ ਖਰਾਬ ਹੋ ਗਈ ਜੀ ਇਹਦੀ ਜੀ। ਪੁੱਠੀ ਗੱਲ ਕਰ ਰਿਹਾ ਜੀ ਕਾਜੀ ਜੀ। ਸੁਨ ਬ੍ਰਿਧ ਭਾਖਿਓ ਸਹਿਜ ਸੁਭਾਏ। ਤੇ ਸਾਧ ਸੰਗਤ ਜੀ ਫਿਰ ਅੱਗੇ ਵੀ ਉਹੀ ਅਧੂਰਾ ਥੋੜੀ ਬੈਠਾ ਜੀ। ਅੱਗੇ ਵੀ ਬਾਬਾ ਬੁੱਢਾ ਜੀ ਪੂਰੇ ਹੀ ਬੈਠੇ ਨੇ ਜੀ। ਜਾਂ ਕਾ ਕਹਿਆ ਦਰਗਹ ਚੱਲੈ। ਸਾਧ ਸੰਗਤ ਜੀ ਬਾਬਾ ਬੁੱਢਾ ਜੀ ਨੇ ਫਿਰ ਸਹਿਜ ਸੁਭਾਏ, ਪ੍ਰੇਮ ਨਾਲ ਸਹਿਜ ਸੁਭਾਈ ਬਚਨ ਕੀਤਾ। ਤੁਮਰੇ ਗੁਰ ਦਮਾਦ ਬਨ ਜਾਏ। ਕਹਿਣ ਲੱਗਾ ਤੂੰ ਕੀ, ਬਾਬਾ ਬੁੱਢਾ ਜੀ ਕਹਿਣ ਲੱਗੇ ਕਾਜੀ ਨੂੰ, ਤੂੰ ਕੀ ਜਵਾਈ ਬਣਨਾ, ਹੁਣ ਗੁਰੂ ਸਾਹਿਬ ਹੀ ਤੇਰੇ ਜਵਾਈ ਬਣਨਗੇ। ਫਿਰ ਕਹਿਣ ਲੱਗੇ
ਆਖੋ ਵਾਹਿਗੁਰੂ। ਵਾਹਿਗੁਰੂ। ਕਈ ਵਾਰੀ ਫਿਰ ਤੀਰ ਚੱਲ ਜਾਂਦੇ ਸਾਧ ਸੰਗਤ ਜੀ। ਹਾਂਜੀ। ਤੋ ਕੈਸੇ ਧਨ ਲੈਬੋ ਧਰੈ। ਫਿਰ ਜਵਾਈ ਕੋਲੋਂ ਪੈਸੇ ਲਏਗਾ ਕਹਿਣ ਲੱਗੇ। ਹਾਂਜੀ। ਅਰਪਨ ਨਿਜ ਤਨੁਜਾ ਕੋ ਕਰੈ। ਇਹ ਨਾ ਹੋਵੇ ਵੀ ਧੀ ਦੇਣੀ ਪੈ ਜੇ ਤੈਨੂੰ। ਬਾਬਾ ਜੀ ਕਹਿੰਦੇ ਸੋਚ ਸਮਝ ਕੇ ਬੋਲ, ਇਸ ਤਰ੍ਹਾਂ ਨਾ ਬੋਲ। ਹਾਂਜੀ। ਜਾਂ ਤੇ ਗਤ ਸਭ ਜਾਨੀ ਜਾਤ। ਹਾਂਜੀ। ਤੋਹੇ ਨਾ ਬਨਹਿ ਲੇਨ ਬਖਿਆਤ। ਤੇ ਫਿਰ ਤੇ ਗੱਲ ਜਾਣੀ ਜਾਏਗੀ ਵੀ ਫਿਰ ਤੂੰ ਕਿਵੇਂ ਪੈਸੇ ਲਏਗਾ ਜੇ ਮਹਾਰਾਜ ਜੀ ਤੇਰੇ ਜਵਾਈ ਬਣ ਗਏ ਤੇ। ਹਾਂਜੀ। ਹੋਨਹਾਰ ਕੋ ਮੇਟੈ ਕੌਣ। ਇਹ ਹੋਣਹਾਰ ਹੀ ਕਹਿਣ ਲੱਗੇ ਫਿਰ ਪਰਮੇਸ਼ਰ ਦੇ ਹੁਕਮ ਨੂੰ ਕੌਣ ਮੇਟੇਗਾ। ਇਮ ਕਹਿ ਬ੍ਰਿਧ ਕੇ ਠਾਨੀ ਮੌਨ। ਇਮ ਕਹਿ ਬ੍ਰਿਧ ਨੇ ਠਾਨੀ ਮੌਨ। ਇਹ ਕਹਿ ਕੇ ਧੰਨ ਬਾਬਾ ਬੁੱਢਾ ਜੀ ਫਿਰ ਚੁੱਪ ਹੋ ਗਏ ਜੀ। ਹਾਂਜੀ। ਜੇ ਕਾਜੀ ਪੁੱਠਾ ਨਾ ਬੋਲਦਾ ਤਾਂ ਫਿਰ ਨਾ ਪੁੱਠਾ ਸੁਣਦਾ ਜੀ। ਬਾਬਾ ਜੀ ਤਾਂ ਪਹਿਲਾਂ ਸ਼ਾਂਤੀ ਨਾਲ ਹੀ ਉੱਤਰ ਦਿੱਤਾ ਜੀ। ਪਹਿਲਾਂ ਨਹੀਂ, ਪਹਿਲ ਨਹੀਂ ਕਰਦੇ ਬਾਬਾ ਬੁੱਢਾ ਜੀ। ਪਹਿਲਾਂ ਸ਼ਾਂਤੀ ਨਾਲ ਹੀ ਉੱਤਰ ਦਿੱਤਾ ਹੈ ਜੀ। ਜਦੋਂ ਉਹ ਫਿਰ ਜਵਾਈ ਭਾਈ ਦੀਆਂ ਗੱਲਾਂ ਕਰਦਾ ਆਪਣੇ ਆਪ ਦੀਆਂ, ਤੇ ਫਿਰ ਬਾਬਾ ਜੀ ਨੇ ਵੀ ਬਚਨ ਕੀਤਾ ਜੀ। ਹਾਂਜੀ। ਕਾਜੀ ਜਰ ਬਰ ਕਹਿ ਉੱਠ ਗਇਓ। ਕਾਜੀ ਫਿਰ ਸੜ ਬਲ ਗਿਆ ਵੀ ਇਹ ਕੀ ਗੱਲ ਕਹਿ ਦਿੱਤੀ ਮੈਨੂੰ। ਹਾਂਜੀ। ਬਚਨ ਕਠੋਰ ਉਚਾਰਤ ਭਇਓ। ਤੇ ਕਠੋਰ ਹੀ ਬਚਨ ਬੋਲਦਾ ਹੈ। ਗੁਰ ਸੋ ਮਿਲ ਕੇ ਅਬ ਇੱਕ ਬਾਰ। ਜੇ ਨਾ ਦਰਬ ਦੇ ਕਰੋ ਪੁਕਾਰ। ਕਹਿਣ ਲੱਗਾ ਇੱਕ ਵਾਰੀ ਹੋਰ ਮਿਲਾਂਗਾ, ਜੇ ਮਾਇਆ ਨਾ ਦਿੱਤੀ ਤੇ ਬਾਦਸ਼ਾਹ ਨੂੰ ਸ਼ਿਕਾਇਤ ਲਾਵਾਂਗਾ। ਇਹ ਕਹਿੰਦਾ ਹੋਇਆ ਉੱਠ ਕੇ ਚਲੇ ਗਿਆ। ਦੋਹਰਾ ਕਾਜੀ ਅਰ ਬ੍ਰਿਧ ਬਾਤ ਕੋ ਸੁਨਿਓ। ਗੁਰੂ ਨਿਜ ਸ਼ਰੋਨ। ਕਾਜੀ ਅਰ ਬ੍ਰਿਧ ਬਾਦ ਕੋ ਸੁਨਿਓ ਗੁਰੂ ਨਿਜ ਸ਼ਰੋਨ। ਉਹ ਬਾਬਾ ਬੁੱਢਾ ਸਾਹਿਬ ਤੇ ਕਾਜੀ ਜਦੋਂ ਗੱਲਾਂ ਕਰ ਰਹੇ ਸੀ ਨਾ ਬਾਹਰ ਬੈਠੇ, ਤੇ ਗੁਰੂ ਹਰਗੋਬਿੰਦ ਸਾਹਿਬ ਮਾਲਕ ਸੱਚੇ ਪਾਤਸ਼ਾਹ ਅੰਦਰ ਸੇਜਾ ਤੇ ਪਏ ਪਏ ਸਾਰੀ ਗੱਲ ਸੁਣ ਰਹੇ ਸਨ ਜੀ ਮਹਾਰਾਜ, ਵੀ ਬਾਬਾ ਜੀ ਉਹਨੂੰ ਕੀ ਕਹਿ ਰਹੇ ਨੇ ਜੀ। ਹਾਂਜੀ। ਅਤ ਸਚਿੰਤ ਚਿੰਤ ਮੈਂ ਭਏ ਬੈਠੇ ਅੰਤਰ ਮੌਨ। ਮਹਾਰਾਜ ਬੜੀ ਚਿੰਤਾ ਵਿੱਚ ਆ ਗਏ। ਸੱਚੇ ਪਾਤਸ਼ਾਹ ਅੰਦਰ ਮੌਨ ਧਾਰ ਕੇ ਬੈਠ ਗਏ ਜੀ। ਹਾਂਜੀ। ਚੌਪਈ ਇਹ ਕਹਿਆ ਬ੍ਰਿਧ ਮੁਖ ਬਾਕ ਬਖਾਨਾ। ਮਹਾਰਾਜ ਵਿਚਾਰ ਕਰਦੇ ਵੀ ਬਾਬਾ ਜੀ ਨੇ ਇਹ ਕਿਹੜੀ ਗੱਲ ਕਰ ਦਿੱਤੀ ਆਪਣੇ ਮੁਖ ਤੋਂ। ਹਾਂਜੀ। ਕਾਜੀ ਕੋ ਦਮਾਦ ਮੁਝ ਠਾਨਾ। ਵੀ ਕਾਜੀ ਦਾ ਦਮਾਦ ਮੈਨੂੰ ਬਣਾ ਦਿੱਤਾ। ਇਹ ਬਾਬਾ ਜੀ ਨੇ ਕਿਹੜੀ ਗੱਲ ਕਰ ਦਿੱਤੀ। ਹਾਂਜੀ। ਝਗਰਤ ਲਰਤ ਸੁਕ੍ਰੋਧ ਉਪਾਇਓ। ਹਾਂਜੀ। ਹਮ ਬੈਠੇ ਕਹੋ ਸਰਾਪ ਅਲਾਇਓ। ਆਖੋ ਵਾਹਿਗੁਰੂ। ਵਾਹਿਗੁਰੂ। ਵੀ ਸਾਨੂੰ ਤੇ ਕਿਹੜਾ ਬਚਨ ਕਰਤਾ ਬਾਬਾ ਜੀ ਨੇ। ਹਾਂਜੀ। ਅਜ ਮੰਦਸ ਹਮਕੋ ਬੜ ਭਏ। ਜੇ ਦਮਾਦ ਕਾਜੀ ਬਨ ਗਏ। ਹਾਂਜੀ। ਜਗ ਅਬ ਜਸ ਪਸਰਹਿ ਜਹ ਕਹਾਂ। ਹਾਂਜੀ। ਕਹੇ ਸਿੱਖ ਇਹ ਕੀਨਸ ਕਹਾਂ। ਤੇ ਮਹਾਰਾਜ ਸੱਚੇ ਪਾਤਸ਼ਾਹ ਵਿਚਾਰ ਕਰਦੇ ਵੀ ਸਿੱਖ ਕੀ ਕਹਿਣਗੇ ਵੀ ਮਹਾਰਾਜ ਕਾਜੀ ਦੇ ਜਵਾਈ ਬਣ ਗਏ। ਮਾਤਾ ਜੀ ਜਦੋਂ ਸੁਣਨਗੇ ਮਾਤਾ ਜੀ ਕਿਹੋ ਜਿਹੀਆਂ ਗੱਲਾਂ ਕਰਨਗੇ। ਤੇ ਬਾਬਾ ਬੁੱਢਾ ਜੀ ਦਾ ਬਚਨ ਹੁਣ ਅਟਲ ਹੀ ਹੈ। ਬਾਬਾ ਜੀ ਦੇ ਬਚਨਾਂ ਨਾਲ ਤੇ ਸਾਡਾ ਜਨਮ ਹੋਇਆ, ਤੇ ਬਾਬਾ ਜੀ ਨੂੰ ਅਸੀਂ ਕਹਿ ਵੀ ਨਹੀਂ ਸਕਦੇ ਵੀ ਬਾਬਾ ਜੀ ਇਹ ਕਿਉਂ ਬੋਲਿਆ ਜੇ। ਤੇ ਜੋ ਬਾਬਾ ਜੀ ਨੇ ਕਹਿ ਦਿੱਤਾ, ਭਾਵੇਂ ਇੰਨਾ ਕੀ ਕਹਿਤਾ, ਗੱਲ ਵਰਤੇਗੀ ਉਹ ਜੀ। ਤੇ ਮਹਾਰਾਜ ਹੁਣ ਬੈਠੇ ਸੋਚ ਰਹੇ ਆ ਵੀ ਬਾਬਾ ਜੀ ਕੀ ਕਹਿ ਬੈਠੇ ਆ ਜੀ। ਚੇਤਾ ਰੱਖਿਓ ਮਹਾਂਪੁਰਖ ਇੰਨਾ ਵੀ ਬੋਲ ਦੇਣ ਨਾ ਜੀ ਉਹ ਵਰਤ ਜਾਂਦਾ ਜੀ। ਹਾਂਜੀ। ਤੇ ਧੰਨ ਧੰਨ ਬਾਬਾ ਬੁੱਢਾ ਜੀ ਨੇ ਵੇਗ ਚ ਆ ਕੇ ਬਚਨ ਕੀਤਾ ਜੀ। ਫਿਰ ਜੀ ਸੋ ਇਹ ਪ੍ਰਸੰਗ ਅੱਗੋਂ ਫਿਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਕੀ ਅੱਗੋਂ ਕਿਰਪਾ ਹੁੰਦੀ ਹੈ, ਕੀ ਖੇਡ ਬਣਦੀ ਹੈ। ਤੇ ਬਾਬਾ ਬੁੱਢਾ ਸਾਹਿਬ ਜੀ ਵੇਖ ਲਓ, ਬਜ਼ੁਰਗੀ ਵਿੱਚ ਵੀ ਸਾਧ ਸੰਗਤ ਜੀ ਗੁਰੂ ਜੀ ਦੇ ਪਹਿਰੇਦਾਰ ਬਣੇ ਹੋਏ ਆ ਜੀ। ਬਾਹਰ ਦਰਵਾਜ਼ੇ ਤੇ ਬੈਠੇ ਆ, ਪਹਿਰਾ ਦੇ ਰਹੇ ਆ। ਇਹ ਬਾਬਾ ਬੁੱਢਾ ਸਾਹਿਬ ਜੀ ਦੀ ਵਡਿਆਈ ਹੈ, ਵਡਿਆਈ ਹੈ। ਨਹੀਂ ਤੇ ਮੈਨੂੰ ਮਾਫ ਕਰਿਓ, ਬਜ਼ੁਰਗੀ 'ਚ ਬੰਦਾ ਕਹਿੰਦਾ ਹੁਣ ਮੈਂ ਸੇਵਾ ਨਹੀਂ ਕਰਨੀ, ਹੁਣ ਕਰਾਉਣੀ ਹੈਗੀ ਆਪਣੀ ਜੀ।
ਪਰ ਧੰਨ ਧੰਨ ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ ਅਖੀਰਲੇ ਦਮ ਤੱਕ ਵੀ ਗੁਰੂ ਸਾਹਿਬ ਦੀ ਸੇਵਾ ਨਹੀਂ ਛੱਡੀ ਜੀ ਉਹਨਾਂ ਨੇ ਜੀ। ਆਖੋ ਸਾਰੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਐਸੇ ਹਨ ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ। ਹੁਣ ਇਹਦੇ ਤੋਂ ਅੱਗੇ ਜੋ ਕਥਾ ਪ੍ਰਸੰਗ ਹੈ ਸਾਧ ਸੰਗਤ ਜੀ, ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ। ਆਓ 2-4 ਮਿੰਟ ਜਿਹੜੇ ਪਏ ਆ ਨਾਮ ਜਪ ਕੇ ਸਫਲ ਕਰੀਏ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਸਗਲ ਉਦਮ ਮਹਿ ਉਦਮ ਭਲਾ। ਉਦਮ ਕਰਨਾ, ਮਿਹਨਤ ਕਰਨੀ। ਜਿੰਨੇ ਸੰਸਾਰ ਤੇ ਉਦਮ ਹਨ, ਸਾਰੇ ਉਦਮਾਂ ਵਿੱਚੋਂ ਕਿਹੜਾ ਉਦਮ ਭਲਾ ਹੈ? ਹਰ ਕਾ ਨਾਮ ਜਪੋ ਜੀ ਸਦਾ। ਨਾਮ ਜਪਣਾ ਇਹ ਵੱਡਾ ਉਦਮ ਹੈ। ਕੋਈ ਥੋੜਾ ਕਰ ਲੈਂਦਾ, ਕੋਈ ਬਹੁਤਾ ਕਰ ਲੈਂਦਾ ਹੈ ਜੀ। ਹਾਂਜੀ, ਫਿਰ ਜਿਹੜੇ ਬਹੁਤਾ ਕਰਦੇ ਆ ਉਦਮ, ਉਹਨਾਂ ਉੱਤੇ ਫਿਰ ਬਹੁਤੀਆਂ ਹੀ ਬਖਸ਼ਿਸ਼ਾਂ ਹੁੰਦੀਆਂ। ਅਤੇ ਜਿਹੜੇ ਆਪਣਾ ਟਾਈਮ ਸਾਰੂ ਕਰਦੇ ਆ, ਫਿਰ ਉਹਨਾਂ 'ਤੇ ਟਾਈਮ ਸਾਰੂ ਵਾਲੀ ਬਖਸ਼ਿਸ਼ ਹੁੰਦੀ ਹੈ ਜੀ। ਹਾਂਜੀ, ਹੁਣ ਵੇਖੋ ਨਾ ਜੀ, ਅਸੀਂ ਨਿਤਨੇਮ ਕਰਦੇ ਹਾਂ ਜੀ, ਅਤੇ ਨਿਤਨੇਮ ਕਰਕੇ ਮਸਾਂ ਹੀ ਅੱਧਾ ਘੰਟੇ 'ਚ 5 ਬਾਣੀਆਂ ਪੜ੍ਹ ਕੇ ਅਤੇ ਕਿੰਨੀਆਂ ਮੰਗਾਂ ਅਸੀਂ ਮੰਗ ਲੈਂਦੇ ਜੀ। ਅੱਜ ਭਗਤ ਜੀ, ਭਗਤ ਗੁਰਕਿਰਪਾਲ ਸਿੰਘ ਜੀ ਗੁਰੂਵਾਲੀ ਵਾਲੇ ਮਹਾਂਪੁਰਖਾਂ ਦੀ ਬਰਸੀ ਹੈ। ਅੱਜ ਦੇ ਦਿਨ ਉਹਨਾਂ ਮਹਾਂਪੁਰਖਾਂ ਸਰੀਰ ਤਿਆਗਿਆ, ਬਿਲਕੁਲ ਆਪਣੇ ਲਾਗੇ ਜੀ। ਇੱਥੋਂ ਤਰਨਤਾਰਨ ਰੋਡ 'ਤੇ ਪਿੰਡ ਹੈ ਗੁਰੂਵਾਲੀ ਜੀ। ਉਹਨਾਂ ਮਹਾਂਪੁਰਖਾਂ ਦਾ ਨਿਤਨੇਮ ਪਤਾ ਕੀ ਸੀਗਾ ਜੀ? 9 ਘੰਟਿਆਂ ਵਿੱਚ ਪਾਠ ਕਰਦੇ ਹੁੰਦੇ ਸੀ ਸੁਖਮਨੀ ਸਾਹਿਬ ਜੀ ਦੇ, ਤੇ ਬੋਲ ਕੇ ਜੀ 6 ਕੁ ਪਾਠ ਬਣ ਜਾਂਦੇ ਸੀ। 1.5 ਘੰਟੇ 'ਚ ਇੱਕ ਪਾਠ ਸੁਖਮਨੀ ਸਾਹਿਬ ਦਾ ਕਰਦੇ ਸੀਗੇ ਜੀ। ਅਤੇ ਪਾਠੀ ਸਿੰਘ ਦੀ 2 ਘੰਟੇ ਦੀ ਡਿਊਟੀ ਹੁੰਦੀ ਹੈ ਜੀ। 2 ਘੰਟੇ ਦੀ ਡਿਊਟੀ ਵਿੱਚ ਪਾਠੀ ਸਿੰਘ ਨੇ ਕਈ ਵਾਰੀ ਸੁਰ ਤਾਂ ਖੜਦਾ ਅਤੇ ਕਈ ਵਾਰੀ ਠਾਂ ਆ ਜਾਂਦਾ ਜੀ। ਉਹ ਜੀ ਇੱਕ ਰਸ ਪਾਠ ਕਿੱਥੋਂ ਹੁੰਦਾ ਜੀ? ਹਾਂਜੀ, 9 ਘੰਟੇ ਉਹਨਾਂ ਨੇ ਬਾਣੀ ਪੜ੍ਹਨੀ ਅਤੇ ਇੱਕ ਰਸ ਹੀ ਪੜ੍ਹਨੀ ਜੀ। ਅਤੇ 9 ਘੰਟੇ ਦਾ ਚੌਂਕੜਾ ਮਾਰਨਾ, ਵਾਹਿਗੁਰੂ 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 ਜਪਦੇ ਹੁੰਦੇ ਸੀ। ਅਤੇ ਲਾਗੇ ਉਹਨਾਂ ਇੱਕ ਸੰਗੀ ਨੂੰ ਆਖਿਆ, ਕਹਿੰਦੇ ਵੀ ਮੈਂ ਬਖਸ਼ਾਉਣ ਵਾਸਤੇ ਨਹੀਂ ਨਾਮ ਜਪਦਾ, ਵੀ ਮੈਂ ਬਖਸ਼ਿਆ ਜਾਵਾਂ, ਮੈਂ ਜਮਾਂ ਤੋਂ ਡਰਦਾ। ਕਹਿੰਦੇ ਨਹੀਂ, ਮੈਂ ਤਾਂ ਸ਼ੌਂਕ ਲਈ ਨਾਮ ਜਪਦਾ। ਕਹਿੰਦੇ ਸ਼ੌਂਕ ਲਈ ਜਪਦਾ। ਹਾਂਜੀ, ਇਹ ਵੀ ਨਹੀਂ ਮੰਗ ਰੱਖੀ ਵੀ ਮੈਂ ਬਖਸ਼ਿਆ ਜਾਵਾਂ ਜੀ। ਬੜੀ ਵੱਡੀ ਗੱਲ ਹੈਗੀ ਹੈ ਜੀ। ਸੋ ਸਗਲ ਉਦਮ ਮਹਿ ਉਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ। ਜਿੰਨੇ ਉਦਮ ਨੇ, ਸਾਰੇ ਉਦਮਾਂ ਵਿੱਚੋਂ ਸ਼੍ਰੋਮਣੀ ਉਦਮ ਕੀ ਹੈ? ਸਾਧ ਸੰਗਤ ਜੀ, ਵਾਹਿਗੁਰੂ ਜੀ ਦਾ ਨਾਮ ਜਪਣਾ। ਕੋਈ ਬਹੁਤਾ ਉਦਮ ਕਰਦਾ, ਕੋਈ ਥੋੜਾ ਕਰਦਾ ਹੈ ਜੀ। ਆਓ ਪ੍ਰੇਮ ਨਾਲ ਸਾਰੇ ਜਪੋ, ਵਾਹਿਗੁਰੂ 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 ਵਾਹਿਗੁਰੂ। ਮੇਰੀ ਬੇਨਤੀ, ਜਿੰਨੇ ਬੈਠੇ ਤੇ ਪ੍ਰੇਮ ਨਾਲ ਗੱਜ ਕੇ ਸਾਰੇ ਹੀ ਜਪੋ, ਵਾਹਿਗੁਰੂ 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 ਵਾਹਿਗੁਰੂ। ਪੂਰੀ ਸੁਰਤ ਜੋੜ ਕੇ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਦੀ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਦੇ ਨਾਲ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਜਣ